ਹੈਲੋ ਫਰੈਂਡਸ। ਸੋ ਲਾਸਟ ਲੈਕਚਰ ਵਿੱਚ ਆਪਾਂ ਸ਼ੁਰੂਆਤ ਕੀਤੀ ਸੀ ਆਪਣੇ ਅਗਲੇ ਚੈਪਟਰ ਦਾ ਨਾਮ ਹੈ ਸੋਰਸਿਸ ਆਫ એનર્ਜੀ। ਸੋ ਲਾਸਟ ਟਾਈਮ ਆਪਾਂ ਉਹਦੇ ਵਿੱਚ ਗੱਲ ਕੀਤੀ ਸੀ ਅਬਾਊਟ ਡਿਫਰੈਂਟ ਸੋਰਸਿਸ ਆਫ એનર્ਜੀ ਕਿ ਜਿਹੜੇ ਆਪਾਂ ਨੂੰ ਅਵੇਲੇਬਲ ਹਨ ਆਪਣੇ ਨੇਚਰ ਦੇ ਵਿੱਚ। ਸਭ ਤੋਂ ਪਹਿਲੇ ਆਪਾਂ ਇਹ ਵੀ ਦੇਖਿਆ ਕਿ એનર્ਜੀ ਕ੍ਰਾਈਸਿਸ ਮਤਲਬ એનર્ਜੀ ਕ੍ਰਾਈਸਿਸ ਕਿੱਦਾਂ ਪ੍ਰੋਡਿਊਸ ਹੋ ਰਿਹਾ ਹੈ ਕਿ ਜਿਹੜੀ એનર્ਜੀ ਦੀ ਅਵੇਲੇਬਿਲਿਟੀ ਹੈ ਉਹ ਘੱਟ ਕਿਉਂ ਰਹੀ ਹੈ, ਉਹਦਾ ਆਪਾਂ ਰੀਜ਼ਨ ਦੇਖਿਆ। ਆਪਾਂ ਡਿਫਰੈਂਟ ਸੋਰਸਿਸ ਆਫ એનર્ਜੀ ਦੇਖੇ ਕਿਹੜੇ ਅਵੇਲੇਬਲ ਹਨ ਔਰ ਕਿਹੜੇ ਕੰਮਾਂ ਦੇ ਲਈ ਮੀਨਸ ਡਿਫਰੈਂਟ ਵਰਕਸ ਦੇ ਲਈ ਆਪਾਂ ਡਿਫਰੈਂਟ ਸੋਰਸਿਸ ਆਫ એનર્ਜੀ ਕਿਉਂ ਯੂਜ਼ ਕਰਦੇ ਹਾਂ ਜਾਂ ਕਿੱਦਾਂ ਯੂਜ਼ ਕਰਦੇ ਹਾਂ। ਆਪਾਂ ਪ੍ਰੋਪਰਟੀਜ਼ ਪੜ੍ਹੀਆਂ ਅਬਾਊਟ ਅ ਗੁੱਡ ਸੋਰਸ ਆਫ એનર્ਜੀ। ਦੈਨ ਗੁੱਡ ਸੋਰਸ ਆਫ એનર્ਜੀ ਤੋਂ ਬਾਅਦ ਆਪਾਂ ਕਲਾਸੀਫਿਕੇਸ਼ਨ ਕੀਤੀ ਸੀ ਆਫ ਸੋਰਸਿਸ ਆਫ એનર્ਜੀ ਕਿ ਆਪਾਂ ਸੋਰਸਿਸ ਆਫ એનર્ਜੀ ਨੂੰ ਕਿਸ ਤਰ੍ਹਾਂ ਕਲਾਸੀਫਾਈ ਕਰ ਸਕਦੇ ਹਾਂ। ਸੋ ਆਪਾਂ 2 ਕਲਾਸੀਫਿਕੇਸ਼ਨਸ ਕੀਤੀਆਂ। ਸੋ ਕਲਾਸੀਫਿਕੇਸ਼ਨ ਦੇ ਵਿੱਚ ਆਪਾਂ ਗੱਲ ਕੀਤੀ ਸੀ ਅਬਾਊਟ ਕਨਵੈਨਸ਼ਨਲ ਸੋਰਸਿਸ ਆਫ એનર્ਜੀ ਐਂਡ ਨਾਨ ਕਨਵੈਨਸ਼ਨਲ ਸੋਰਸਿਸ ਆਫ એનર્ਜੀ। ਸੋ ਹੁਣ ਆਪਾਂ ਕੀ ਹੈ 1 ਬਾਏ 1 ਉਹਨਾਂ ਨੂੰ ਸਟੱਡੀ ਕਰਾਂਗੇ। ਸੋ ਫਸਟ ਆਫ ਆਲ ਆਪਾਂ ਸਟਾਰਟ ਕਰਾਂਗੇ ਵਿਦ ਦ ਕਨਵੈਨਸ਼ਨਲ ਸੋਰਸਿਸ ਆਫ એનર્ਜੀ। ਜਿਵੇਂ ਕਿ ਮੈਂ ਦੱਸਿਆ ਹੀ ਸੀ ਕਿ ਕਨਵੈਨਸ਼ਨਲ ਸੋਰਸਿਸ ਆਫ એનર્ਜੀ ਕਿਹੜੇ ਹਨ ਜਿਨ੍ਹਾਂ ਦੀ ਵਰਤੋਂ ਕੀ ਹੈ ਆਪਾਂ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ, ਬਹੁਤ ਪੁਰਾਣੇ ਟਾਈਮ ਤੋਂ ਕਰਦੇ ਆ ਰਹੇ ਹਾਂ। ਉਹਨਾਂ ਸੋਰਸਿਸ ਆਫ એનર્ਜੀ ਨੂੰ ਆਪਾਂ ਬੋਲਦੇ ਹਾਂ ਕਨਵੈਨਸ਼ਨਲ ਸੋਰਸਿਸ ਆਫ એનર્ਜੀ। ਸੋ ਆਪਾਂ ਸਟਾਰਟ ਕਰੀਏ ਵਿਦ ਦ ਫਸਟ ਕਨਵੈਨਸ਼ਨਲ ਸੋਰਸ ਆਫ એનર્ਜੀ। ਸੋ ਮੈਂ ਲਿਖਣ ਜਾ ਰਹੀ ਹਾਂ ਫਿਊਲਸ। ਫਰਸਟ ਇਜ਼ ਅ ਫਿਊਲ। ਨਾ ਹੁਣ ਫਿਊਲ ਕੀ ਹੈ? ਸੋ ਕੋਈ ਸੋਰਸ ਆਫ એનર્ਜੀ ਜਿਹਨੂੰ ਆਪਾਂ ਬਰਨ ਕਰੀਏ ਔਰ ਉਹਨੂੰ ਬਰਨ ਕਰਨ ਤੇ ਆਪਾਂ ਨੂੰ ਹੀਟ એનર્ਜੀ ਮਿਲੇ ਇਨ ਦਾ ਆਊਟਪੁੱਟ, ਉਸ ਨੂੰ ਆਪਾਂ ਕੀ ਬੋਲਾਂਗੇ? ਦੈਟ ਇਜ਼ ਕਾਲਡ ਅ ਫਿਊਲ। ਸੋ ਫਿਊਲ ਨੂੰ ਅਗਰ ਡਿਫਾਈਨ ਕਰਨਾ ਹੋਵੇ, ਫਿਊਲ ਨੂੰ ਆਪਾਂ ਲਿਖਾਂਗੇ ਸੋ ਥੀਸ ਆਰ ਦੋਜ਼ ਸੋਰਸਿਸ ਆਫ એનર્ਜੀ heat energy on burning। ਸੋ ਸੋਰਸਿਸ ਆਫ એનર્ਜੀ ਉਹ ਸੋਰਸਿਸ ਆਫ એનર્ਜੀ ਜਿਨ੍ਹਾਂ ਨੂੰ ਆਪਾਂ ਬਰਨ ਕਰੀਏ, ਔਨ ਬਰਨ ਕਰਨ ਤੇ ਆਪਾਂ ਨੂੰ ਕਿਹੜੀ એનર્ਜੀ ਮਿਲੇ? ਹੀਟ એનર્ਜੀ ਮਿਲੇ। ਉਹਨਾਂ ਨੂੰ ਆਪਾਂ ਕੀ ਨਾਮ ਦਿੱਤਾ ਹੈ? ਦੈਟ ਆਰ ਕਾਲਡ ਫਿਊਲਸ। ਸੋ ਅਗਰ ਇਹਨਾਂ ਦੀਆਂ ਐਗਜ਼ਾਮਪਲਸ ਦੇਖਣੀਆਂ ਹੋਣ, ਫॉर ਐਗਜ਼ਾਮਪਲ ਸੋ ਉਹ ਸਾਰੇ ਸੋਰਸਿਸ ਆਫ એનર્ਜੀ ਜਿਨ੍ਹਾਂ ਨੂੰ ਬਰਨ ਕਰਨ ਤੇ ਹੀਟ ਮਿਲ ਰਹੀ ਹੈ ਉਹ ਹਨ ਵੁੱਡ, coal and petroleum also। so ਇਹ ਸਾਰੇ ਕੀ ਹਨ? these are the examples of fuels। ਸੋ ਹੁਣ ਫਿਊਲਸ ਦੀ ਆਪਾਂ ਗੱਲਬਾਤ ਕਰ ਰਹੇ ਹਾਂ। ਜਿਵੇਂ ਕਿ ਆਪਾਂ ਸੋਰਸਿਸ ਆਫ એનર્ਜੀ ਦੇ ਵਿੱਚ ਵੀ ਦੇਖਿਆ ਕਿ ਕੁਝ ਸੋਰਸਿਸ ਆਫ એનર્ਜੀ ਕੀ ਹੁੰਦੇ ਹਨ? ਬੈਟਰ ਹੁੰਦੇ ਹਨ। ਸੋ ਆਪਾਂ ਉਹਨਾਂ ਨੂੰ ਕੀ ਹੈ ਮਤਲਬ ਉਹ ਆਪਾਂ ਉਹਨਾਂ ਨੂੰ ਚੁਣਦੇ ਹਾਂ ਐਜ਼ ਕੰਪੇਅਰ ਟੂ ਦਾ ਅਦਰ ਸੋਰਸਿਸ ਆਫ એનર્ਜੀ। ਉਸੇ ਤਰ੍ਹਾਂ ਫਿਊਲਸ ਵੀ ਕੀ ਹੈ, ਕੁਝ ਫਿਊਲਸ ਕੀ ਹੁੰਦੇ ਹਨ? ਜ਼ਿਆਦਾ ਬੈਟਰ ਹੁੰਦੇ ਹਨ ਐਜ਼ ਕੰਪੇਅਰ ਟੂ ਦਾ ਅਦਰ ਫਿਊਲਸ। ਸੋ ਉਹਨਾਂ ਦੀਆਂ ਕੁਝ ਪ੍ਰੋਪਰਟੀਜ਼ ਹੋਣਗੀਆਂ ਬਿਕੋਜ਼ ਅਗਰ ਆਪਾਂ ਉਹਨਾਂ ਨੂੰ ਚੂਜ਼ ਕਰ ਰਹੇ ਹਾਂ, ਉਹਨਾਂ ਨੂੰ ਯੂਜ਼ ਕਰ ਰਹੇ ਹਾਂ ਫॉर ਆਰ ਵਰਕ, ਜਿਹੜਾ ਵੀ ਆਪਾਂ ਕੰਮ ਕਰਨਾ ਹੈ। ਸੋ ਉਹਦੀਆਂ ਕੁਝ ਪ੍ਰੋਪਰਟੀਜ਼ ਹੋਣਗੀਆਂ। ਸੋ ਕਿਹੜੀਆਂ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ ਹਨ ਉਸ ਗੁੱਡ ਫਿਊਲ ਦੀਆਂ? ਹੁਣ ਉਹ ਆਪਾਂ ਪੜ੍ਹਦੇ ਹਾਂ। ਸੋ ਪ੍ਰੋਪਰਟੀਜ਼ ਆਫ ਜਿਵੇਂ ਕਿ ਆਪਾਂ ਪਹਿਲਾਂ ਪੜ੍ਹਿਆ ਸੀਗਾ ਕਰੈਕਟਰਿਸਟਿਕਸ ਜਾਂ ਫਿਰ ਪ੍ਰੋਪਰਟੀਜ਼ ਆਫ ਅ ਗੁੱਡ ਸੋਰਸ ਆਫ એનર્ਜੀ। ਉਸੇ ਤਰ੍ਹਾਂ ਹੁਣ ਆਪਾਂ ਕੀ ਕਰ ਰਹੇ ਹਾਂ, ਪੜਾਂਗੇ ਪ੍ਰੋਪਰਟੀਜ਼ ਆਫ ਅ ਗੁੱਡ ਫਿਊਲ। ਸੋ ਕੁਝ ਤਾਂ ਪ੍ਰੋਪਰਟੀਜ਼ ਕੀ ਹੈ ਸਿਮਿਲਰ ਉਹੀ ਵਾਲੀਆਂ ਹੋਣਗੀਆਂ। ਸੋ ਫਸਟ ਆਫ ਆਲ ਫਸਟ ਪ੍ਰੋਪਰਟੀ ਕੀ ਹੈ? ਇਟ ਸ਼ੁੱਡ ਗਿਵ ਲਾਰਜ ਅਮਾਊਂਟ ਆਫ ਹੀਟ। ਸੋ ਇਨ ਦੈਟ ਕੇਸ ਜਦੋਂ ਆਪਾਂ ਲਿਖ ਰਹੇ ਸੀ ਪ੍ਰੋਪਰਟੀਜ਼ ਆਫ ਅ ਗੁੱਡ ਸੋਰਸ ਆਫ એનર્ਜੀ, ਉਦੋਂ ਆਪਣੇ ਕੋਲ ਫਸਟ ਪੁਆਇੰਟ ਕੀ ਸੀ? ਇਟ ਸ਼ੁੱਡ ਗਿਵ ਲਾਰਜ ਅਮਾਊਂਟ ਆਫ એનર્ਜੀ। ਬਟ ਇਨ ਦਿਸ ਕੇਸ ਜਦੋਂ ਆਪਾਂ ਫਿਊਲ ਦੀ ਗੱਲ ਕਰ ਰਹੇ ਹਾਂ ਦੈਨ ਆਪਾਂ ਕੀ ਲਿਖਾਂਗੇ? ਇਟ ਸ਼ੁੱਡ ਗਿਵ ਲਾਰਜ ਅਮਾਊਂਟ ਆਫ ਹੀਟ। ਬਿਕੋਜ਼ ਫਿਊਲ ਹੁੰਦਾ ਹੀ ਉਹ ਹੈ ਜਿਹਨੂੰ ਬਰਨ ਕਰਨ ਤੇ ਆਪਾਂ ਨੂੰ ਕੀ ਮਿਲ ਰਹੀ ਹੈ? ਹੀਟ એનર્ਜੀ ਮਿਲ ਰਹੀ ਹੈ। ਦੈਟ ਇਜ਼ ਵਾਈ ਫਸਟ ਪੁਆਇੰਟ ਆਏਗਾ ਇਟ ਸ਼ੁੱਡ ਗਿਵ ਲਾਰਜ ਅਮਾਊਂਟ ਆਫ। ਸੋ ਇਹ ਹੋਗੀ ਫਸਟ ਪ੍ਰੋਪਰਟੀ ਜਾਂ ਫਿਰ ਫਸਟ ਕਰੈਕਟਰਿਸਟਿਕ ਆਫ ਅ ਗੁੱਡ ਫਿਊਲ। ਸੈਕਿੰਡ, ਸੋ ਪਿਛਲੀਆਂ ਕਰੈਕਟਰਿਸਟਿਕਸ ਯਾਦ ਕਰਦੇ ਹੋਏ ਸੋ ਉਹੀ ਸਾਰੀਆਂ ਪਹਿਲਾਂ ਆਪਾਂ ਰਿਪੀਟ ਕਰਦੇ ਹਾਂ। ਸੈਕਿੰਡ ਵਨ ਕੀ ਆਏਗੀ? ਇਟ ਸ਼ੁੱਡ ਬੀ ਈਜ਼ੀਲੀ ਅਵੇਲੇਬਲ। ਸੋ ਇਟ ਸ਼ੁੱਡ ਬੀ ਈਜ਼ੀਲੀ ਅਵੇਲੇਬਲ। ਇਸ ਬਾਰੇ ਵੀ ਆਪਾਂ ਪਹਿਲੇ ਗੱਲਬਾਤ ਕਰ ਚੁੱਕੇ ਹਾਂ ਕਿ ਜੋ ਗੁੱਡ ਫਿਊਲ ਹੈ ਉਹ ਕੀ ਹੈ? ਈਜ਼ੀਲੀ ਅਵੇਲੇਬਲ ਹੋਣਾ ਚਾਹੀਦਾ ਹੈ। ਮੀਨਸ ਉਹਦੀ ਜਿਹੜੀ ਸਪਲਾਈ ਹੈ ਲਿਮਿਟਿਡ ਨਹੀਂ ਹੋਣੀ ਚਾਹੀਦੀ। ਸਫੀਸ਼ੀਐਂਟ ਅਮਾਊਂਟ ਦੇ ਵਿੱਚ ਕੀ ਹੈ ਉਹ ਫਿਊਲ ਅਵੇਲੇਬਲ ਹੋਵੇ ਤਾਂ ਕਿ ਆਪਾਂ ਉਹਨੂੰ ਕਿਤੇ ਵੀ ਜਾ ਕੇ ਲੈ ਸਕੀਏ। ਥਰਡ ਪੁਆਇੰਟ, ਇਟ ਸ਼ੁੱਡ ਬੀ ਈਜ਼ੀ ਟੂ। ਸੋ ਇਹ ਵੀ ਸੇਮ ਹੀ ਪ੍ਰੋਪਰਟੀ ਹੈ ਜੋ ਆਪਾਂ ਗੱਲ ਕੀਤੀ ਸੀ ਇਨ ਦ ਕੇਸ ਆਫ ਪ੍ਰੋਪਰਟੀਜ਼ ਆਫ ਗੁੱਡ ਸੋਰਸ ਆਫ એનર્ਜੀ। ਦੈਟ ਕੀ ਹੋਣਾ ਚਾਹੀਦਾ ਹੈ? ਇਟ ਸ਼ੁੱਡ ਬੀ ਈਜ਼ੀ ਟੂ ਸਟੋਰ। ਮੀਨਸ ਅਗਰ ਆਪਾਂ ਉਹਨੂੰ ਸਟੋਰ ਕਰਕੇ ਰੱਖਣਾ ਚਾਹੀਏ ਦੈਨ ਉਹ ਵੀ ਆਪਾਂ ਉਹਨੂੰ ਈਜ਼ੀਲੀ ਸਟੋਰ ਕਰ ਸਕੀਏ, ਉਹਦੇ 'ਚ ਕੋਈ ਪ੍ਰੋਬਲਮ ਨਾ ਹੋਵੇ। ਐਂਡ ਟਰਾਂਸਪੋਰਟ ਆਲਸੋ ਕਿ ਅਗਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਉਹਨੂੰ ਭੇਜਣਾ ਹੈ ਜਾਂ ਇੱਕ ਜਗ੍ਹਾ ਤੋਂ ਦੂਸਰੀ ਆਪਣੇ ਕੋਲ ਲੈ ਕੇ ਆਉਣਾ ਹੈ ਦੈਨ ਉਹ ਵੀ ਕੀ ਹੈ? ਈਜ਼ੀ ਹੋਣਾ ਚਾਹੀਦਾ ਹੈ, ਉਹਦੇ 'ਚ ਵੀ ਆਪਾਂ ਨੂੰ ਕੋਈ ਦਿੱਕਤ ਨਾ ਆਵੇ। फोर्थ पॉइंट ये भी की है, मैं सेम पॉइंट ही लवांगी जो आप पहला जो जिसकी आप पहले गलबात की थी, दैट इज इट शुड बी चीप। इट शुड बी चीप मीन्स
ਕੀ ਹੋਣਾ ਚਾਹੀਦਾ ਹੈ, ਸਸਤਾ ਹੋਣਾ ਚਾਹੀਦਾ ਹੈ, ਸੋ ਸਭ ਦੀ ਪਹੁੰਚ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਮੋਸਟਲੀ ਜੋ ਪਬਲਿਕ ਹੈ ਉਹਨੂੰ ਕੀ ਹੈ ਲੈ ਸਕੇ। ਸੋ ਉਸ ਤੋਂ ਬਾਅਦ ਨੈਕਸਟ ਜੋ ਕੁਝ ਹੋਰ ਐਕਸਟਰਾ ਪੁਆਇੰਟਸ ਹੋਣਗੇ ਅਬਾਊਟ ਅ ਗੁੱਡ ਫਿਊਲ, ਉਹ ਕੀ ਹੋਏਗਾ, ਇਟ ਸ਼ੁੱਡ ਪ੍ਰੋਡਿਊਸ, ਸੋ ਉਹਨੂੰ ਜਦ ਬਰਨ ਕਰਾਂਗੇ, ਬਰਨ ਕਰਨ 'ਤੇ ਆਪਾਂ ਨੂੰ ਹੀਟ એનર્ਜੀ ਤਾਂ ਮਿਲ ਰਹੀ ਹੈ ਬਟ ਨਾਲ ਦੀ ਨਾਲ ਕੀ ਹੈ ਸਮੋਕ ਪ੍ਰੋਡਿਊਸ ਹੋਏਗੀ, ਮੀਨਸ ਧੂੰਆਂ ਪ੍ਰੋਡਿਊਸ ਹੋਏਗਾ। ਸੋ ਇੱਕ ਕਰੈਕਟਰਿਸਟਿਕ ਜਾਂ ਇੱਕ ਪ੍ਰੋਪਰਟੀ ਕੀ ਹੈ ਕਿ ਇਟ ਸ਼ੁੱਡ ਪ੍ਰੋਡਿਊਸ ਲੈਸ ਸਮੋਕ, ਕਿ ਜਿਹੜਾ ਧੂੰਆਂ ਹੈ ਘੱਟ ਤੋਂ ਘੱਟ ਪ੍ਰੋਡਿਊਸ ਹੋਵੇ, ਦੈਨ ਆਪਾਂ ਉਹਨੂੰ ਕੀ ਕਵਾਂਗੇ, ਦੈਟ ਇਟ ਇਜ਼ ਅ ਗੁੱਡ ਫਿਊਲ। ਸੋ ਅਗਰ ਧੂੰਆਂ ਜ਼ਿਆਦਾ ਪ੍ਰੋਡਿਊਸ ਹੋ ਰਿਹਾ ਹੈ ਦੈਨ ਆਪਾਂ ਉਹਨੂੰ ਕੀ ਹੈ ਇੱਕ ਗੁੱਡ ਫਿਊਲ ਦੀ ਕੈਟੇਗਰੀ ਦੇ ਵਿੱਚ ਨਹੀਂ ਰੱਖ ਸਕਦੇ। ਸਿਮਿਲਰਲੀ ਆਪਾਂ ਲਿਖ ਸਕਦੇ ਹਾਂ ਦੈਟ ਇਟ ਸ਼ੁੱਡ ਪ੍ਰੋਡਿਊਸ, ਹੁਣ ਐਸ਼ ਕੀ ਹੈ, ਦੈਟ ਇਜ਼ ਰਾਖ, ਮੀਨਸ ਬਰਨ ਕਰਨ 'ਤੇ ਕੁਝ ਕੀ ਹੈ ਸਮੋਕ ਪ੍ਰੋਡਿਊਸ ਹੋ ਰਹੀ ਹੈ, ਨਾਲ ਦੀ ਨਾਲ ਕੀ ਹੈ ਕੁਝ ਐਸ਼ ਮੀਨਸ ਰਾਖ ਵੀ ਪ੍ਰੋਡਿਊਸ ਹੋ ਰਹੀ ਹੈ। ਆਲਸੋ ਜਿਹੜਾ ਗੁੱਡ ਫਿਊਲ ਹੋਏਗਾ ਬਰਨ ਕਰਨ ਤੋਂ ਬਾਅਦ ਕੀ ਹੈ ਜਿਹੜੀ ਰਾਖ ਪ੍ਰੋਡਿਊਸ ਹੋਏਗੀ ਇਨ ਦੈਟ ਕੇਸ ਉਹ ਕੀ ਹੋਏਗੀ, ਘੱਟ ਹੋਏਗੀ। ਸੋ ਦੈਟ ਇਜ਼ ਦ ਨੈਕਸਟ ਪ੍ਰੋਪਰਟੀ। ਨੈਕਸਟ ਇਟ ਸ਼ੁੱਡ ਬੀ ਸੇਫ, ਇਟ ਸ਼ੁੱਡ ਬੀ ਸੇਫ ਮੀਨਸ ਉਹਨੂੰ ਯੂਜ਼ ਕਰਨਾ ਕੀ ਹੋਵੇ, ਸੇਫ ਹੋਵੇ, ਕਿ ਉਹਨੂੰ ਯੂਜ਼ ਕਰਨ ਦੇ ਨਾਲ ਆਪਾਂ ਨੂੰ ਕੋਈ ਜਾਨੀ ਨੁਕਸਾਨ ਨਾ ਹੋ ਸਕੇ, ਮੀਨਸ ਕਿ ਉਹਦਾ ਅਗਰ ਟੈਂਪਰੇਚਰ ਸੈੱਟ ਨਾ ਹੋਵੇ, ਸਹੀ ਨਾ ਹੋਵੇ ਬਰਨਿੰਗ ਟੈਂਪਰੇਚਰ, ਸੋ ਉਹਦੇ ਨਾਲ ਵੀ ਕੀ ਹੈ ਉਹ ਜਿਹੜਾ ਸਬਸਟੈਂਸ ਹੈ ਜੋ ਫਿਊਲ ਹੈ ਉਹ ਅਨਸੇਫ ਹੋ ਸਕਦਾ ਹੈ। ਬਟ ਇੱਕ ਗੁੱਡ ਫਿਊਲ ਦੀ ਕੀ ਪ੍ਰੋਪਰਟੀ ਹੋਏਗੀ, ਦੈਟ ਇਟ ਸ਼ੁੱਡ ਬੀ ਅਨਸੇਫ ਫॉर द ਹਿਊਮਨ ਯੂਜ਼। ਐਂਡ ਲਾਸਟ ਐਂਡ ਵੈਰੀ ਇੰਪੋਰਟੈਂਟ ਪੁਆਇੰਟ ਦੈਟ ਇਜ਼ ਇਟ ਸ਼ੁੱਡ ਹੈਵ ਟੈਂਪਰੇਚਰ। ਹੁਣ ਬਰਨਿੰਗ ਟੈਂਪਰੇਚਰ ਕੀ ਹੈ, ਸੋ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਬਰਨਿੰਗ ਟੈਂਪਰੇਚਰ ਮੀਨਸ ਜਿਸ ਟੈਂਪਰੇਚਰ 'ਤੇ ਜਾ ਕੇ ਉਹ ਫਿਊਲ ਕੀ ਹੈ ਬਰਨ ਹੋਣਾ ਸ਼ੁਰੂ ਹੋ ਜਾਏਗਾ। ਪ੍ਰੋਪਰ ਬਰਨਿੰਗ ਟੈਂਪਰੇਚਰ ਦਾ ਹੁਣ ਕੀ ਮਤਲਬ ਹੈ, ਪ੍ਰੋਪਰ ਬਰਨਿੰਗ ਟੈਂਪਰੇਚਰ ਮੀਨਸ ਕਿ ਆਪਾਂ ਉਹਨੂੰ ਬਰਨ ਕਰਨਾ ਸ਼ੁਰੂ ਕੀਤਾ, ਸੋ ਬਰਨ ਕਰਨ ਦੇ ਨਾਲ ਕੀ ਹੈ, ਸੋ ਇੱਕ ਟੈਂਪਰੇਚਰ ਰੀਚ ਹੋਏਗਾ ਜਿੱਥੇ ਜਾ ਕੇ ਆਪਾਂ ਉਹਨੂੰ ਹੀਟ, ਐਕਚੁਅਲ ਦੇ ਵਿੱਚ ਆਪਾਂ ਬਰਨ ਕਿਸ ਤਰ੍ਹਾਂ ਕਰਵਾਉਂਦੇ ਹਾਂ, ਉਹਨੂੰ ਹੀਟ ਸਪਲਾਈ ਕਰਦੇ ਹਾਂ, ਸੋ ਉਹਦੇ ਨਾਲ ਕੀ ਹੈ ਉਹਦਾ ਟੈਂਪਰੇਚਰ ਰੇਜ਼ ਹੋਏਗਾ, ਦੈਨ ਉਹ ਕੀ ਹੈ ਬਰਨ ਕਰਨਾ ਸ਼ੁਰੂ ਕਰ ਦੇਗਾ। ਬਟ ਇੱਦਾਂ ਨਹੀਂ ਹੋਣਾ ਚਾਹੀਦਾ ਕਿ ਆਪਾਂ ਉਹਨੂੰ ਕੀ ਹੈ ਹੀਟ ਸਪਲਾਈ ਕਰਦੇ ਜਾ ਰਹੇ ਹਾਂ, ਗਰਮ ਕਰਦੇ ਜਾ ਰਹੇ ਹਾਂ, ਸੋ ਹੀਟ ਕਰਨ ਦੇ ਨਾਲ ਨਾਲ ਕੀ ਹੈ ਕਾਫੀ ਟਾਈਮ ਤੱਕ ਹੀਟ ਕਰਦੇ ਗਏ ਲੇਕਿਨ ਉਹ ਕੀ ਹੈ ਬਰਨ ਹੋਣਾ ਸਟਾਰਟ ਹੀ ਨਹੀਂ ਹੋਇਆ। ਸੋ ਇੱਦਾਂ ਨਹੀਂ ਹੋਣਾ ਚਾਹੀਦਾ। ਸੈਕਿੰਡ ਕੇਸ ਇਸ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ ਕਿ ਆਪਾਂ ਨੂੰ ਥੋੜ੍ਹਾ ਜਿਹਾ ਹੀ ਕੀ ਹੈ ਹੀਟ ਕੀਤਾ, ਹਲਕਾ ਜਿਹਾ ਹੀਟ ਕਰਨ ਦੇ ਨਾਲ ਹੀ ਕੀ ਹੈ ਉਹ ਬਰਨ ਹੋਣਾ ਸ਼ੁਰੂ ਹੋ ਗਿਆ, ਦੈਨ ਇਹ ਕੇਸ ਵੀ ਨਹੀਂ ਹੋਣਾ ਚਾਹੀਦਾ। ਸੋ ਦੋਨੋਂ ਕੇਸਿਸ ਕੀ ਨੇ ਇਹਦੇ ਅੰਡਰ ਕਵਰ ਹੁੰਦੇ ਹਨ, ਦੈਟ ਪ੍ਰੋਪਰ ਬਰਨਿੰਗ ਟੈਂਪਰੇਚਰ, ਕਿ ਇੱਕ ਪ੍ਰੋਪਰ ਟੈਂਪਰੇਚਰ ਉੱਪਰ ਪਹੁੰਚ ਕੇ ਉਹ ਕੀ ਹੈ ਬਰਨ ਹੋਣਾ ਸਟਾਰਟ ਹੋਣਾ ਚਾਹੀਦਾ ਹੈ। ਨਾ ਤਾਂ ਇੱਦਾਂ ਹੋਵੇ ਕਿ ਆਪਾਂ ਹਲਕਾ ਜਿਹਾ ਹੀਟ ਕੀਤਾ ਨਾਲ ਹੀ ਉਹ ਬਰਨ ਹੋਣਾ ਸਟਾਰਟ ਹੋ ਗਿਆ, ਉਹ ਕੀ ਹੈ ਉਸ ਤਰ੍ਹਾਂ ਉਹ ਸੇਫ ਨਹੀਂ ਰਹੇਗਾ। ਸੋ ਆਪਣਾ ਇਹ ਵਾਲਾ ਪੁਆਇੰਟ ਵੀ ਕੀ ਹੈ ਸੈਟਿਸਫਾਈ ਨਹੀਂ ਹੋਏਗਾ। ਸੋ ਨਾ ਤਾਂ ਇਸ ਤਰ੍ਹਾਂ ਹੋਵੇ ਹਲਕਾ ਜਿਹਾ ਹੀਟ ਕੀਤਾ ਔਰ ਬਰਨ ਹੋਣਾ ਸ਼ੁਰੂ ਹੋ ਗਿਆ, ਜਾਂ ਫਿਰ ਇਸ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ ਆਪਾਂ ਕੰਟੀਨਿਊਸਲੀ ਉਹਨੂੰ ਹੀਟ ਕਰੀ ਜਾ ਰਹੇ ਹਾਂ ਲੇਕਿਨ ਉਹ ਕੀ ਹੈ ਕਾਫੀ ਲੰਬੇ ਟਾਈਮ ਤੱਕ ਕੀ ਹੈ ਬਰਨ ਹੋਣਾ ਸਟਾਰਟ ਹੀ ਨਹੀਂ ਹੋਇਆ। ਸੋ ਦੈਟ ਇਜ਼ ਇਟ ਸ਼ੁੱਡ ਹੈਵ ਅ ਪ੍ਰੋਪਰ ਬਰਨਿੰਗ ਟੈਂਪਰੇਚਰ, ਕਿ ਇੱਕ ਪ੍ਰੋਪਰ ਟੈਂਪਰੇਚਰ ਤੱਕ ਜਾ ਕੇ ਉਸੇ ਟੈਂਪਰੇਚਰ ਦੇ ਉੱਪਰ ਜਾ ਕੇ ਉਹ ਕੀ ਹੈ ਬਰਨ ਹੋਣਾ ਸ਼ੁਰੂ ਹੋਏਗਾ। ਸੋ ਇਹ ਸਾਰੇ ਪ੍ਰੋਪਰਟੀ ਸੀ ਅਬਾਊਟ ਅ ਗੁੱਡ ਫਿਊਲ। ਸੋ ਫਿਊਲ ਤੋਂ ਆਪਾਂ ਸਟਾਰਟਿੰਗ ਕੀਤੀ। ਸੋ ਫਿਊਲ ਦੀ ਗੱਲਬਾਤ ਕੀ ਦੇਖਿਆ ਆਪਾਂ, these are those sources of energy which give heat energy on burning। ਸੋ ਸੋਰਸਿਸ ਆਫ ਐਨਰਜੀ ਦੇ ਵਿੱਚੋਂ ਆਪਾਂ ਕੀ ਹੈ ਇੱਕ ਕੈਟੇਗਰੀ ਲਈ ਹੈ ਜਿਹਨੂੰ ਬਰਨ ਕਰਨ ਦੇ ਉੱਪਰ ਆਪਾਂ ਨੂੰ ਕੀ ਹੈ ਹੀਟ ਐਨਰਜੀ ਮਿਲਦੀ ਹੈ। ਬਿਕੋਜ਼ ਸੋਰਸਿਸ ਆਫ ਐਨਰਜੀ ਤਾਂ ਕਾਫੀ ਸਾਰੇ ਹਨ, ਜਿਵੇਂ ਕਿ ਇਹਨਾਂ ਤੋਂ ਇਲਾਵਾ ਸਨ ਜਾਂ ਫਿਰ ਟਾਈਡਲ ਐਨਰਜੀ, ਵਿੰਡ ਐਨਰਜੀ, ਲੇਕਿਨ ਉਹਨਾਂ ਦੇ ਵਿੱਚ ਕੀ ਹੈ ਹੀਟ ਐਨਰਜੀ ਔਨ ਬਰਨਿੰਗ, ਇਹ ਵਾਲੀ ਗੱਲ ਕੀ ਹੈ ਉਹਦੇ ਉੱਪਰ ਸੈਟਿਸਫਾਈ ਨਹੀਂ ਹੋ ਰਹੀ ਹੈ। ਸੋ ਉਹ ਸਾਰੇ ਸੋਰਸਿਸ ਆਫ ਐਨਰਜੀ ਜਿਨ੍ਹਾਂ ਨੂੰ ਬਰਨ ਕਰਨ 'ਤੇ ਹੀਟ ਮਿਲ ਰਹੀ ਹੈ ਉਹਨਾਂ ਨੂੰ ਆਪਾਂ ਫਿਊਲਸ ਬੋਲਦੇ ਹਾਂ। ਐਗਜ਼ਾਮਪਲਸ ਲਿਖੀਆਂ ਮੈਂ, ਵੁੱਡ, ਕੋਲ, ਪੈਟਰੋਲੀਅਮ। ਔਰ ਦੈਨ ਪ੍ਰੋਪਰਟੀਜ਼ ਆਫ ਗੁੱਡ ਫਿਊਲ, ਕਿ ਜਿਹੜਾ ਇੱਕ ਅੱਛਾ ਫਿਊਲ ਹੈ, ਬੈਟਰ ਫਿਊਲ ਹੈ, ਉਹਦੀਆਂ ਕੀ ਪ੍ਰੋਪਰਟੀਜ਼ ਹੁੰਦੀਆਂ ਹਨ ਜਾਂ ਕੀ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ ਹਨ। ਸੋ ਇੱਕ ਵਾਰ ਮੈਂ ਰਿਪੀਟ ਕਰਾਂਗੀ ਸਾਰੇ ਪੁਆਇੰਟਸ। ਇਟ ਸ਼ੁੱਡ ਗਿਵ ਲਾਰਜ ਅਮਾਊਂਟ ਆਫ ਹੀਟ, ਸੋ ਬਰਨ ਕਰਨ ਦੇ ਉੱਪਰ ਆਪਾਂ ਨੂੰ ਮੈਕਸਿਮਮ ਅਮਾਊਂਟ ਆਫ ਹੀਟ ਮਿਲੇ ਉਸ ਫਿਊਲ ਤੋਂ। ਇਟ ਸ਼ੁੱਡ ਬੀ ਈਜ਼ੀਲੀ ਅਵੇਲੇਬਲ, ਸੋ ਆਪਾਂ ਨੂੰ ਕੀ ਹੈ ਉਹਦੀ ਜਿਹੜੀ ਸਪਲਾਈ ਹੈ ਲਿਮਿਟਿਡ ਨਾ ਹੋਵੇ, ਸਫੀਸ਼ੀਐਂਟ ਕੁਆਂਟਿਟੀ ਦੇ ਵਿੱਚ ਆਪਾਂ ਨੂੰ ਕੀ ਹੈ ਉਹ ਅਵੇਲੇਬਲ ਹੋਵੇ ਚੀਜ਼। ਇਟ ਸ਼ੁੱਡ ਬੀ ਈਜ਼ੀ ਟੂ ਸਟੋਰ ਐਂਡ ਟਰਾਂਸਪੋਰਟ, ਸੋ ਬਹੁਤ ਸਿੰਪਲ ਜਿਹਾ ਪੁਆਇੰਟ ਹੈ ਕਿ ਉਹਨੂੰ ਸਟੋਰ ਕਰਨਾ ਔਰ ਟਰਾਂਸਪੋਰਟ ਕਰਨਾ ਕੀ ਹੈ ਪ੍ਰੋਬਲਮੈਟਿਕ ਨਾ ਹੋਵੇ, ਈਜ਼ੀ ਹੋਵੇ। ਇਟ ਸ਼ੁੱਡ ਬੀ ਚੀਪ, ਸਸਤਾ ਹੋਣਾ ਚਾਹੀਦਾ ਹੈ, ਸਭ ਦੀ ਪਹੁੰਚ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਸਾਰੇ ਉਹਨੂੰ ਕੀ ਹੈ ਈਜ਼ੀਲੀ ਲੈ ਸਕਣ। ਇਟ ਸ਼ੁੱਡ ਪ੍ਰੋਡਿਊਸ ਲੈਸ ਸਮੋਕ, ਇਟ ਸ਼ੁੱਡ ਪ੍ਰੋਡਿਊਸ ਲੈਸ ਐਸ਼, ਸੋ ਜਦੋਂ ਬਰਨ ਹੋ ਰਿਹਾ ਹੈ ਨਾਲ ਦੀ ਨਾਲ ਸਮੋਕ ਜਿਹੜੀ ਪ੍ਰੋਡਿਊਸ ਹੋ ਰਹੀ ਹੈ, ਧੂੰਆਂ ਜਿਹੜਾ ਪ੍ਰੋਡਿਊਸ ਹੋ ਰਿਹਾ ਹੈ ਉਹ ਘੱਟ ਪ੍ਰੋਡਿਊਸ ਹੋਵੇ, ਔਰ ਨਾਲ ਹੀ ਨਾਲ ਜਿਹੜੀ ਐਸ਼ ਪ੍ਰੋਡਿਊਸ ਹੋ ਰਹੀ ਹੈ ਜਿਹਨੂੰ ਆਪਾਂ ਰਾਖ ਬੋਲਦੇ ਹਾਂ ਉਹ ਵੀ ਘੱਟ ਪ੍ਰੋਡਿਊਸ ਹੋਵੇ। ਇਟ ਸ਼ੁੱਡ ਬੀ ਸੇਫ, ਸੋ ਹਿਊਮਨ ਯੂਜ਼ ਦੇ ਲਈ ਕੀ ਹੈ ਸੇਫ ਹੋਣਾ ਚਾਹੀਦਾ ਹੈ, ਮੀਨਸ ਆਪਾਂ ਨੂੰ ਉਹਦੇ ਤੋਂ ਕੋਈ ਹਾਰਮ ਨਾ ਹੋਵੇ, ਨੁਕਸਾਨ ਨਾ ਹੋਵੇ। ਇਟ ਸ਼ੁੱਡ ਹੈਵ ਪ੍ਰੋਪਰ ਬਰਨਿੰਗ ਟੈਂਪਰੇਚਰ, ਮੀਨਸ ਕਿ ਇੱਕ ਪ੍ਰੋਪਰ ਪੁਆਇੰਟ ਦੇ ਉੱਪਰ ਜਾ ਕੇ ਕੀ ਉਹਦੀ ਬਰਨਿੰਗ ਸਟਾਰਟ ਹੋ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਵੀ ਨਾ ਹੋਵੇ ਕਿ ਆਪਾਂ ਹਲਕਾ ਜਿਹਾ ਹੀਟ ਕੀਤਾ ਔਰ ਨਾਲ ਹੀ ਉਹ ਬਰਨ ਹੋਣਾ ਸਟਾਰਟ ਹੋ ਗਿਆ, ਜਾਂ ਫਿਰ ਦੂਸਰਾ ਕੇਸ ਕਿ ਆਪਾਂ ਉਹਨੂੰ ਹੀਟ ਕਰਦੇ ਹੀ ਜਾ ਰਹੇ ਹਾਂ ਲੇਕਿਨ ਉਹ ਬਰਨ ਹੋਣਾ ਸਟਾਰਟ ਹੀ ਨਹੀਂ ਹੋ ਰਿਹਾ। ਸੋ ਇਹ ਦੋਨੋਂ ਕੇਸਿਸ ਕੀ ਹੈ ਆਪਾਂ ਅਵੋਇਡ ਕਰਾਂਗੇ। ਸੋ ਇਟ ਸ਼ੁੱਡ ਹੈਵ ਅ ਪ੍ਰੋਪਰ ਬਰਨਿੰਗ ਟੈਂਪਰੇਚਰ।
ਸੋ ਇਹ ਸਾਰੀ ਗੱਲਬਾਤ ਸੀ ਆਪਣੀ ਅਬਾਊਟ ਅ ਫਿਊਲ ਐਂਡ ਪ੍ਰੋਪਰਟੀਜ਼ ਆਫ ਗੁੱਡ ਫਿਊਲ। ਦੈਨ ਆਪਾਂ ਹੁਣ ਅਗਲੀ ਗੱਲ ਕਰੀਏ। ਸੋ ਹੁਣ ਫਿਊਲਸ ਤੋਂ ਬਾਅਦ ਹੁਣ ਆਪਾਂ ਇੱਕ ਇਹਦੀ ਸਬ ਕੈਟੇਗਰੀ ਪੜਾਂਗੇ, ਫਿਊਲਸ ਦੀ ਸਬ ਕੈਟੇਗਰੀ ਜਿਹਨੂੰ ਕਿ ਆਪਾਂ ਬੋਲਦੇ ਹਾਂ ਫੋਸਿਲ ਫਿਊਲਸ। ਸੋ ਅ ਸਬ ਕੈਟੇਗਰੀ ਆਫ ਫਿਊਲਸ। ਨਾ ਹੁਣ ਫੋਸਿਲ ਫਿਊਲਸ ਕੀ ਹਨ? ਸੋ ਹੁਣ ਆਪਾਂ ਦੇਖਦੇ ਹਾਂ ਕਿ ਫੋਸਿਲ ਫਿਊਲਸ ਕੀ ਹੁੰਦੇ ਹਨ। ਸੋ ਫਸਟ ਆਫ ਆਲ ਤਾਂ ਮੈਂ ਇੱਥੇ ਇੱਕ ਆਪਣੀ ਅਰਥ ਸ਼ੋ ਕਰ ਰਹੀ ਹਾਂ। ਸੋ ਲੈਟ ਅਸ ਸਪੋਜ਼ ਇਹ ਕੀ ਹੈ, अर्थ ਦੀ ਸਰਫੇਸ और अर्थ ਦੀ crust ਦੇ ਅੰਦਰ I am showing plants and animals। so अर्थ ਦੇ ਉੱਪਰ ਕੀ ਹੈ, due to any adverse climatic condition ਜਾਂ ਫਿਰ ਅਰਥਕੁਏਕ ਕਰਕੇ ਵੀ, ਅਰਥਕੁਏਕ ਮੀਨਸ ਭੂਚਾਲ ਕਰਕੇ, ਸੋ ਕੋਈ ਵੀ ਇੱਦਾਂ ਦੀ ਸਿਚੁਏਸ਼ਨ ਹੋ ਸਕਦੀ ਹੈ ਜਿਹਦੇ ਨਾਲ ਕੀ ਹੈ ਕਿ ਲੈਂਡ ਆਪਣੀ ਜਗ੍ਹਾ ਤੋਂ ਸਲਾਈਡ ਹੋ ਗਈ ਜਾਂ ਕੁਝ ਵੀ ਕੋਈ ਇੱਦਾਂ ਦੀ ਮਤਲਬ ਜੋ ਨਾਰਮਲ ਕੰਡੀਸ਼ਨਸ ਦੇ ਵਿੱਚ ਨਹੀਂ ਆਉਂਦਾ, ਕੋਈ ਵੀ ਐਡਵਰਸ ਕੰਡੀਸ਼ਨ ਕਰਕੇ ਜੋ ਪਲਾਂਟਸ ਐਂਡ ਐਨੀਮਲਸ ਹਨ ਕਈ ਵਾਰ ਅਰਥ ਦੀ ਕਰਸਟ ਦੇ ਅੰਦਰ ਦਬ ਜਾਂਦੇ ਹਨ, ਸੋ ਉਹਦੇ ਨੀਚੇ ਆ ਜਾਂਦੇ ਹਨ। ਔਰ ਆਪਾਂ ਨੂੰ ਪਤਾ ਹੈ ਕਿ ਅਰਥ ਦੀ ਕਰਸਟ ਦੇ ਅੰਦਰ ਕੀ ਹੈ, ਜੋ ਟੈਂਪਰੇਚਰ ਔਰ ਪ੍ਰੈਸ਼ਰ ਹੈ ਉਹ ਕੀ ਹੈ, ਵੈਰੀ ਹਾਈ ਹੁੰਦਾ ਹੈ। ਸੋ ਅੰਡਰ ਦਾ ਅਰਥ ਕਰਸਟ ਪ੍ਰੈਸ਼ਰ ਐਂਡ ਟੈਂਪਰੇਚਰ ਦੈਟ ਇਜ਼ ਵੈਰੀ ਵੈਰੀ ਹਾਈ। ਸੋ ਜੋ ਪਲਾਂਟਸ ਐਂਡ ਐਨੀਮਲਸ ਨੀਚੇ ਦਬ ਗਏ ਹਨ ਫॉर ਐਨੀ ਐਡਵਰਸ ਕਲਾਈਮੈਟਿਕ ਕੰਡੀਸ਼ਨ ਜਾਂ ਫਿਰ ਅਰਥਕੁਏਕ, ਕੋਈ ਵੀ ਕੰਡੀਸ਼ਨ ਲੈ ਲਈਏ, ਸੋ ਜਿਹੜੇ ਨੀਚੇ ਦਬ ਗਏ ਪਲਾਂਟਸ ਔਰ ਐਨੀਮਲਸ ਹਨ ਉਹ ਕੀ ਹਨ, ਆਫਟਰ ਦ ਮਿਲੀਅਨਸ ਆਫ ਈਅਰਸ, ਸੋ ਇੰਨੇ ਸਾਲਾਂ ਤੋਂ ਬਾਅਦ ਕੀ ਹੈ, ਅੰਡਰ ਹਾਈ ਪ੍ਰੈਸ਼ਰ ਐਂਡ ਟੈਂਪਰੇਚਰ ਉਹਨਾਂ ਦੀ ਜਿਹੜੀ ਫਾਰਮ ਹੈ ਉਹ ਚੇਂਜ ਹੋ ਜਾਂਦੀ ਹੈ। ਸੋ ਜਿਵੇਂ ਆਪਾਂ ਪੜ੍ਹਿਆ ਕਿ ਸੋਰਸਿਸ ਆਫ ਐਨਰਜੀ ਵੀ ਕੀ ਹਨ, ਉਹਨਾਂ ਦੀ ਫਾਰਮਸ ਚੇਂਜ ਹੁੰਦੀ ਹੈ। ਸੋ ਵਨ ਫਾਰਮ ਆਫ ਐਨਰਜੀ ਇਨਟੂ ਦ ਅਨਦਰ ਫਾਰਮ ਆਫ ਐਨਰਜੀ। ਇਨ ਦਿਸ ਕੇਸ ਹੁਣ ਜੋ ਡੈਡ ਰਿਮੇਨਸ ਨੇ ਪਲਾਂਟਸ ਔਰ ਐਨੀਮਲਸ ਦੀਆਂ ਜੋ ਅਰਥ ਕਰਸਟ ਦੇ ਅੰਦਰ ਦਬ ਗਏ ਹਨ ਔਰ ਨੀਚੇ ਕੀ ਹੈ ਵੈਰੀ ਹਾਈ ਟੈਂਪਰੇਚਰ ਔਰ ਵੈਰੀ ਹਾਈ ਪ੍ਰੈਸ਼ਰ ਹੈ, ਸੋ ਆਫਟਰ ਮਿਲੀਅਨਸ ਆਫ ਈਅਰਸ ਕੀ ਹੈ, ਸੋ ਦੇ ਗੈਟ ਕਨਵਰਟਡ ਇਨਟੂ ਦ ਅਨਦਰ ਫਾਰਮ। ਔਰ ਉਹ ਕਿਹੜੀ ਫਾਰਮ ਹੁੰਦੀ ਹੈ, ਦੇ ਗੈਟ ਕਨਵਰਟਡ ਇਨਟੂ ਕੋਲ, ਪੈਟਰੋਲੀਅਮ ਜਾਂ ਫਿਰ ਗੈਸ ਹੋ ਸਕਦੀ ਹੈ ਜਿਹਨੂੰ ਕਿ ਆਪਾਂ ਨੈਚੁਰਲ ਗੈਸ ਬੋਲਦੇ ਹਾਂ, ਕੋਲ, ਪੈਟਰੋਲੀਅਮ ਔਰ ਨੈਚੁਰਲ ਗੈਸ। ਔਰ ਇਹ ਜੋ ਫਾਰਮ ਦੇ ਵਿੱਚੋਂ ਕਨਵਰਟ ਹੁੰਦੇ ਹਨ ਇਹਨਾਂ ਨੂੰ ਹੀ ਆਪਾਂ ਕੀ ਨਾਮ ਦਿੱਤਾ ਹੋਇਆ ਹੈ, ਦੈਟ ਆਰ ਕਾਲਡ ਦ ਫੋਸਿਲ ਫਿਊਲਸ। ਸੋ ਅਗਰ ਡਿਫਾਈਨ ਕਰਨਾ ਹੋਵੇ ਫੋਸਿਲ ਫਿਊਲਸ ਨੂੰ ਤਾਂ ਆਪਾਂ ਕਿਸ ਤਰ੍ਹਾਂ ਡਿਫਾਈਨ ਕਰਾਂਗੇ, these are those fuels which are formed from remains of dead plants and animals due to excessive temperature और lastly ਨਾਲ time period mention करिए over millions of years। so ये अपनी की है complete definition है about the fossil fuels। so चाहे देखने ਨੂੰ बहुत ਵੱਡੀ ਲੱਗ ਰਹੀ है, बहुत simple जी definition है that these are those fuels which are formed from, so simply एक ਉਹ ਵਾਲੇ fuels ਹਨ ਜਿਹੜੇ ਕਿਸ ਤੋਂ ਬਣਦੇ ਹਨ, from remains of dead plants and animals। so remains of dead plants and animals ਜੋ plants and animals ਨੀਚੇ ਅਰਥ ਕਰਸਟ ਦੇ ਨੀਚੇ ਆਉਣ ਨਾਲ ਦਬ ਕੇ ਮਰ ਗਏ ਹਨ, ਸੋ ਉਹਨਾਂ ਦੀ ਜਿਹੜੀਆਂ ਰਿਮੇਨਸ ਹਨ ਉਹਨਾਂ ਤੋਂ ਬਣ ਰਹੇ ਹਨ, ਪ੍ਰੈਜ਼ੈਂਟ ਅੰਡਰ ਦ ਅਰਥ ਕਰਸਟ due to excessive temperature and pressure। excessive pressure and temperature ਜੋ ਕਿ ਅਰਥ ਕਰਸਟ ਦੇ ਨੀਚੇ ਪ੍ਰੈਜ਼ੈਂਟ ਹੈ, ਬਹੁਤ ਹਾਈ ਟੈਂਪਰੇਚਰ ਔਰ ਪ੍ਰੈਸ਼ਰ over millions of years। so ਜਿਹੜੀ ਕਨਵਰਜਨ ਹੋ ਰਹੀ ਹੈ dead remains of plants and animals ਕਨਵਰਟ ਹੋ ਰਹੇ ਹਨ into the fossil fuels, ਕਿੰਨੇ ਟਾਈਮ ਤੋਂ ਬਾਅਦ ਹੋ ਰਹੇ ਹਨ, over millions of years। so ਇੰਨੇ ਸਾਲਾਂ ਤੋਂ ਬਾਅਦ ਕੀ ਹੈ ਇਹਨਾਂ ਦੀ ਜਿਹੜੀ ਕਨਵਰਜਨ ਹੋ ਰਹੀ ਹੈ that is possible ਹੈ। ਸੋ ਇੱਥੋਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੇ fossil fuels ਹਨ ਉਹਨਾਂ ਨੂੰ ਆਪਾਂ ਕੀ ਬੋਲ ਸਕਦੇ ਹਾਂ, that they are non renewable। means ਇਹਨਾਂ ਨੂੰ ਅਗਰ ਇਹਨਾਂ ਨੂੰ ਆਪਾਂ ਅਵੇਲ ਕਰਨਾ ਹੋਵੇ, ਦੁਬਾਰਾ ਤੋਂ ਲੈਣਾ ਹੋਵੇ, ਦੈਨ ਆਪਾਂ ਨੂੰ ਕੀ ਹੈ ਓਵਰ ਮਿਲੀਅਨਸ ਆਫ ਈਅਰਸ ਆਪਾਂ ਨੂੰ ਕੀ ਹੈ ਵੇਟ ਕਰਨੀ ਪਏਗੀ। ਸੋ ਆਪਾਂ ਪਹਿਲਾਂ ਕਲਾਸੀਫਿਕੇਸ਼ਨ ਦੇ ਵਿੱਚ ਇਹ ਗੱਲਬਾਤ ਕੀਤੀ ਸੀ ਕਿ ਕਿਹੜੇ ਸੋਰਸਿਸ ਹੁੰਦੇ ਹਨ ਰੀਨਿਊਏਬਲ ਔਰ ਕਿਹੜੇ ਹੁੰਦੇ ਹਨ ਨਾਨ ਰੀਨਿਊਏਬਲ। ਸੋ ਨਾਨ ਰੀਨਿਊਏਬਲ ਕਿਹੜੇ ਸੀ, ਜਿਨ੍ਹਾਂ ਦੀ ਸਪਲਾਈ ਕੀ ਹੈ ਲਿਮਿਟਿਡ ਹੋਵੇ, ਪਲੱਸ ਕੀ ਹੈ ਕਿ ਦੇ ਆਰ ਲਾਈਕਲੀ ਟੂ ਐਗਜ਼ੌਸਟ ਵਨ ਡੇ, ਜਾਂ ਫਿਰ ਉਹਨਾਂ ਦੀ ਜਿਹੜੀ ਅਵੇਲੇਬਿਲਿਟੀ ਹੈ ਦੈਟ ਇਜ਼ ਪੋਸੀਬਲ ਆਫਟਰ ਮਿਲੀਅਨਸ ਆਫ ਈਅਰਸ। ਔਰ ਦੂਸਰੀ ਸਾਈਡ 'ਤੇ ਰੀਨਿਊਏਬਲ ਸੋਰਸਿਸ ਕਿਹੜੇ ਸੀ ਕਿ ਜਿਹੜੇ ਕੀ ਹਨ ਜਿਨ੍ਹਾਂ ਦੀ ਸਪਲਾਈ ਕੀ ਹੈ ਅਨਲਿਮਿਟਿਡ ਹੈ, ਕਾਫੀ ਕੁਆਂਟਿਟੀ ਦੇ ਵਿੱਚ ਅਵੇਲੇਬਲ ਹਨ ਐਂਡ ਦੇ ਆਰ ਨਾਟ ਲਾਈਕਲੀ ਟੂ ਐਗਜ਼ੌਸਟ ਵਨ ਡੇ। ਸੋ ਉਹ ਕੀ ਹੈ ਕਾਫੀ ਲੰਬੇ ਟਾਈਮ ਪੀਰੀਅਡ ਤੱਕ ਆਪਾਂ ਨੂੰ ਕੀ ਹੈ ਅਵੇਲੇਬਲ ਹੁੰਦੇ ਹਨ। ਸੋ ਇਸ ਤਰ੍ਹਾਂ these are the fossil fuels। ਹੁਣ fossil fuels ਤੋਂ ਆਪਾਂ ਨੂੰ ਮਿਲ ਰਿਹਾ ਹੈ, ਸੋ fossil fuels ਦੇ ਵਿੱਚ ਅੰਦਰ ਇਹਦੇ ਵਿੱਚ ਆਉਂਦੇ ਹਨ ਕੋਲ, ਪੈਟਰੋਲੀਅਮ, ਨੈਚੁਰਲ ਗੈਸ। ਆਲਸੋ ਜੋ ਪੈਟਰੋਲੀਅਮ ਹੈ ਇਹਦੇ ਤੋਂ ਆਪਾਂ ਕੀ ਹੈ ਡਿਫਰੈਂਟ ਪ੍ਰੋਡਕਟਸ ਲੈ ਸਕਦੇ ਹਾਂ, ਡਿਫਰੈਂਟ ਪ੍ਰੋਡਕਟਸ ਲਾਈਕ ਪੈਟਰੋਲੀਅਮ ਗਿਵਸ ਅਸ। ਸੋ ਕੈਮਿਸਟਰੀ ਦੇ ਵਿੱਚ ਇੱਕ ਪਾਰਟ ਆਉਂਦਾ ਹੈ ਦੈਟ ਪੈਟਰੋਲੀਅਮ ਦੀ ਡਿਸਟਿਲੇਸ਼ਨ ਤੋਂ ਬਾਅਦ ਆਪਾਂ ਕੀ ਹੈ ਡਿਫਰੈਂਟ ਪ੍ਰੋਡਕਟਸ ਓਬਟੇਨ ਕਰਦੇ ਹਾਂ, ਲਾਈਕ ਪੈਟਰੋਲੀਅਮ ਤੋਂ ਪੈਟਰੋਲ,
ਡੀਜ਼ਲ, LPG ਜਿਹਦੀ ਗੱਲ ਆਪਾਂ ਪਹਿਲਾਂ ਕੀਤੀ ਹੈ ਲਾਸਟ ਲੈਕਚਰ ਵਿੱਚ, ਦੈਟ ਇਜ਼ ਲਿਕੁਇਫਾਈਡ ਪੈਟਰੋਲੀਅਮ ਗੈਸ, ਔਰ ਇਹਨੂੰ ਆਪਾਂ ਕਿੱਥੇ ਯੂਜ਼ ਕਰਦੇ ਹਾਂ, ਇਨ ਦ ਗੈਸ ਸਿਲੰਡਰਸ ਜੋ ਆਪਾਂ ਘਰੇ ਕੁਕਿੰਗ ਦੇ ਲਈ ਯੂਜ਼ ਕਰਦੇ ਹਾਂ। ਸੋ ਉਹਨਾਂ ਦੇ ਵਿੱਚ ਕਿਹੜੀ ਗੈਸ ਯੂਜ਼ ਹੁੰਦੀ ਹੈ, ਦੈਟ ਇਜ਼ ਲਿਕੁਇਫਾਈਡ ਪੈਟਰੋਲੀਅਮ ਗੈਸ। ਔਰ ਲਾਸਟਲੀ ਆਲਸੋ ਆਪਾਂ ਪੈਟਰੋਲੀਅਮ ਤੋਂ ਕੀ ਹੈ, ਕੈਰੋਸਿਨ ਵੀ obtain ਕਰ ਸਕਦੇ ਹਾਂ। ਸੋ ਕੈਰੋਸਿਨ ਆਲਸੋ, ਕੈਰੋਸਿਨ ਆਇਲ। ਸੋ these are the different products ਜਿਹੜੇ ਆਪਾਂ ਕੀ ਹੈ ਪੈਟਰੋਲੀਅਮ ਤੋਂ obtain ਕਰ ਸਕਦੇ ਹਾਂ। ਦੈਨ ਇਸ ਤੋਂ ਇਲਾਵਾ ਜਨਰਲੀ ਇਹ ਕਿਹਾ ਜਾਂਦਾ ਹੈ ਕਿ जो सन है दैट इज़ द अल्टीमेट सोर्स ऑफ फॉसिल फ्यूल्स। द स्टेटमेंट इज कि सन इज द अल्टीमेट सोर्स फ्यूल्स। सो अल्टीमेट सोर्स का की मतलब है कि एक्चुअली जो फॉसिल फ्यूल्स हैं वो कित्थों बन रहे हैं। सो अल्टीमेट सोर्स की है, सन है। सो सन तो उन्होंने जो है ओरिजिन है वो हो रहा है, ओरिजिन उन्होंने सन है। उस तो बाद की है धीरे धीरे हौली हौली की है फॉसिल फ्यूल्स आपां नूं मिल रहे हैं। सो सन तो फॉसिल फ्यूल्स की रिलेशन है इन्हां दा आपस दे विच। आपां हुणे समझदे हां कि सन तो जिहड़ी एनर्जी आ रही है, सो सन, सो इट इज़ हैविंग एनर्जी। वो एनर्जी की है प्लांट्स तक पहुंच रही है, और प्लांट्स की जो हैं प्लांट्स वो सन की एनर्जी नूं यूज़ करते हैं फॉर देयर ग्रोथ। सो सोलर एनर्जी जो सन तो आने वाली एनर्जी है उन्होंने यूज़ करते हैं प्लांट्स। सो प्लांट्स उन्होंने यूज़ करके की करते हैं, ग्रो करते हैं। सो इट हैल्प्स इन देयर ग्रोथ। ऑल्सो हुण जो प्लांट्स हैं उन्होंने कौन कंज्यूम कर रहा है, दैट इज़ इनफैक्ट वैसे सन की जो एनर्जी है प्लांट्स भी यूज़ कर रहे हैं और एनीमल्स भी यूज़ कर रहे हैं। या फिर अगर आप इस तरह समझाना हो कि सन की एनर्जी प्लांट्स यूज़ कर रहे हैं और प्लांट्स को अगे फर्दर की है एनीमल्स कंज्यूम कर रहे हैं। सो एनर्जी सन दी यूज्ड बाय प्लांट्स फॉर देयर ग्रोथ, और वही प्लांट्स की है कंज्यूम कर रहे हैं, कौन, एनीमल्स कंज्यूम कर रहे हैं। और यही प्लांट्स और एनीमल्स तो आपां नूं की मिल रहा है, प्लांट्स और एनीमल्स। सो ड्यू टू एनी एडवर्स कंडीशन ਜਿਹੜੇ प्लांट्स एंड एनीमल्स हैं ਜਦੋਂ अर्थ की क्रस्ट के अंदर दब जाते हैं दैन उदों की होंदा है जो आप ऊपर हुणे पढ़िया है, दैट ड्यू टू एक्सेसिव प्रेशर एंड टैंपरेचर आफ्टर मिलियंस ऑफ ईयर्स जो उन्होंने फॉर्म है वो चेंज हो जाती है एंड दे गैट कन्वर्टेड इनटू द फॉसिल फ्यूल्स। सो आपां नूं प्लांट्स एंड एनीमल्स तो की मिल रहा है, वी आर गेटिंग फॉसिल फ्यूल्स। सो एंड ते आपां नूं जिहड़ा प्रोडक्ट मिलिया दैट इज़ द फॉसिल फ्यूल। सो दैट इज़ वाई आपां बोल रहे सी कि सन इज़ द अल्टीमेट सोर्स ऑफ फॉसिल फ्यूल। सो एक स्टेटमेंट सुनने ते आपां नूं थोड़ा अजीब लगता है कि हाउ कैन सन बी द अल्टीमेट सोर्स ऑफ फॉसिल फ्यूल्स, बट एक्चुअल दे विच की है सन ही की है ओरिजिन है फॉसिल फ्यूल्स दा। बिकॉज सन तो आने वाली एनर्जी नूं प्लांट्स यूज़ कर रहे हैं फॉर देयर ग्रोथ, दैन प्लांट्स नूं कौन कंज्यूम कर रहा है, एनीमल्स। ऑल्सो जिहड़ी सन तो एनर्जी आ रही है वो किसी ना किसी वे दे विच एनीमल्स भी यूज़ कर रहे हैं, दैन प्लांट्स और एनीमल्स दोनों की है फॉसिल फ्यूल्स बनाते हैं। सो दैट इज़ वाई आप कह सकते हैं कि जो फॉसिल फ्यूल्स हैं दे आर मेड फ्रॉम द सन, मीनस सन की एनर्जी नूं यूज़ करके ही की है फॉसिल फ्यूल्स का निर्माण होंदा है। सो इस स्टेटमेंट नूं आपां की है बिल्कुल ट्रू साबित करता दैट सन इज़ द अल्टीमेट सोर्स ऑफ फॉसिल फ्यूल्स। सो हुण इस तो बाद आपां फॉसिल फ्यूल्स बारे कुछ होर गलबात करते हैं। सो हुण फॉसिल फ्यूल्स बारे आपां गलबात कर ली है, हुण फॉसिल फ्यूल्स बारे कुछ इंपॉर्टेंट पॉइंट्स देखिए। हुण जिहड़े फॉसिल फ्यूल्स हैं फर्स्ट ऑफ ऑल दे आर द मोस्ट कॉमनली एंड मोस्ट वाइडली यूज, मतलब सब तो ज़्यादा आउट ऑफ द फ्यूल्स सब तो ज़्यादा जो आप यूज़ करते हाँ फ्यूल्स किहड़े हैं, दैट आर द फॉसिल फ्यूल्स। सो इंडिया दे विच इन आर कंट्री सो मोस्ट कॉमनली किहड़ा फ्यूल यूज़ होंदा है, फॉसिल फ्यूल्स है। मोस्ट वाइडली मतलब सब तो ज़्यादा वरतों किहदी कीती जाती है, फॉसिल फ्यूल्स की कीती जाती है। सो फर्स्ट पॉइंट आप दस सकते हाँ द करैक्टरिस्टिक कह लो या फिर प्रॉपर्टीज़ कह सकते हाँ, मेनली करैक्टरिस्टिक्स दस सकते हाँ कि फॉसिल फ्यूल्स बारे कुछ मेन या जनरल इंपॉर्टेंट पॉइंट्स किहड़े हैं। फर्स्ट इज इट इज़ द मोस्ट कॉमनली यूज्ड सोर्स ऑफ एनर्जी। सो एनर्जी लैण दे लई सो सब तो ज़्यादा वरत्या जाण वाला जिहड़ा सोर्स है अपने कोल वो कि हैं फॉसिल फ्यूल्स हैं। सो आउट ऑफ ऑल द फ्यूल्स फॉसिल फ्यूल्स की वरतों सब तो ज़्यादा की जाती है। सेकेंडली दे आर टेकन एज या दे आर कॉल्ड एज द की फैक्टर ऑफ इंडस्ट्रियलाइजेशन। की फैक्टर मीनस कि जो इंडस्ट्रीज़ हैं इंडस्ट्रीज़ की है एक बहुत अहम रोल निभाते हैं कौन, फॉसिल फ्यूल्स। सो फॉसिल फ्यूल्स के मेनली जिहड़ा कोल है, सो कोल की बहुत ज़्यादा वरतों होंदी है इन द डिफरेंट इंडस्ट्रीज। सो इंडस्ट्रीज़ जो
ਫੋਸਲ ਫਿਊਲਸ ਦੀ ਜਿਹੜੀ ਮਹੱਤਤਾ ਹੈ ਜਾਂ ਇੰਪੋਰਟੈਂਸ ਹੈ ਉਹ ਕੀ ਹੈ, ਬਹੁਤ ਜ਼ਿਆਦਾ ਹੈ। ਸੋ ਸੈਕਿੰਡ ਪੁਆਇੰਟ ਜੋ ਆਪਾਂ ਦੱਸ ਸਕਦੇ ਹਾਂ ਦੈਟ ਇਜ਼ ਦੇ ਪਲੇ वेरी इंपॉर्टेंट या की रोल लिख सकते हैं, दे प्ले अ की रोल इन इंडस्ट्रियलाइजेशन। इंडस्ट्रियलाइजेशन सो जिवें कि मैं हुणे दस्सिया कि इंडस्ट्रीज़ दे विच सब तो ज़्यादा वरतों किस चीज़ की कीती जाती है, कोल की वरतों की जाती है, और कोल की वरतों करके आपां की है डिफरेंट की है उहदे तो आपां काम लै सकते हैं। थर्ड इज़ सो एक मेन इंपॉर्टेंट पॉइंट जो फॉसल फ्यूल्स बारे करना ज़रूरी है दैट इज़ दे आर द नॉन रिन्यूएबल सोर्सेज ऑफ एनर्जी। नॉन रिन्यूएबल सोर्स ऑफ एनर्जी। सो नॉन रिन्यूएबल सोर्स ऑफ एनर्जी जिवें कि आपां इहदी गल पहले भी कीती है। नॉन रिन्यूएबल मीनस इन्हां नूं आपां दूसरा नाम की दिता होया है दैट आर कॉल्ड एग्जॉस्टेबल सोर्सेज ऑफ एनर्जी। एग्जॉस्टेबल मीनस कि आफ्टर मिलियंस ऑफ ईयर्स आपां नूं की है ये मिलते हैं। सो जिवें कि मैं पहले ही गलबात की थी कि द डेड रिमेन्स ऑफ प्लांट्स एंड एनिमल्स दे आर कन्वर्टेड, वो बदलते हैं इनटू द फॉसल फ्यूल्स, लेकिन कदों आफ्टर मिलियंस ऑफ ईयर्स। सो इन्ने सालों तो बाद आपां नूं की है दी सप्लाई हो रही है। सो दैट इज़ वाई आपां इन्हां नूं की बोलते हैं नॉन रिन्यूएबल। सो दे आर लाइकली टू एग्जॉस्ट वन डे, दे आर लाइकली टू बिकम एग्जॉस्ट कि एक ना एक दिन जाके जो उन्होंने सप्लाई है वो की है खत्म हो सकती है। सो दैट इज़ वाई आप इन्होंने नॉन रिन्यूएबल सोर्स ऑफ एनर्जी के अंडर कंसिडर करते हैं। सो इस करके आपको जी इन्हों की यूसेज है वो की है बहुत सोच समझ के करनी चाहिए है। मतलब कि इदा ना होवे कि एक दिन इदा का बहुत जल्दी आ जाए कि आपू हुण जो इन्हों की सप्लाई है फॉसल फ्यूल्स की जो कि कोल पेट्रोलीयम या नैचुरल गैस है उन्होंने सप्लाई बिल्कुल ही बंद हो जाए। सो ये कुछ मेन इंपॉर्टेंट पॉइंट्स ही अबाउट द फॉसल फ्यूल्स। हुण आपां देखिए कुछ इन्हां दी डिसएडवांटेजेस भी हैं आपां दे लई अपने लिए। सो डिसएडवांटेजेस ऑफ फॉसल फ्यूल्स, डिसएडवांटेजेस। सो सब तो पहला मेन डिसएडवांटेज फॉसल फ्यूल्स का की है दैट इज़ द एयर पोल्यूशन। नाउ एयर पोल्यूशन हुण जो फॉसल फ्यूल्स हैं उन्होंने आप की है बर्न करते हैं सो दैट वी कैन हैव एनर्जी, उन्होंने तो आपको की है एनर्जी मिल सके, हीट एनर्जी मिल सके। बर्न करने के नाल हुण की है एनवायरनमेंट दे विच अपने सराउंडिंग्स दे विच डिफरेंट गैसेस की हैं वो इमिट होंदियां हैं। सो वो किहड़ियां गैसेस हैं, दे आर द ऑक्साइड्स ऑफ नाइट्रोजन, कार्बन एंड सल्फर। सो ये जो गैसेस हैं गैसेस किहड़ियां ऑक्साइड्स ऑफ नाइट्रोजन, कार्बन एंड सल्फर, ये गैसेस इमिट होंदियां हैं जदों आपां बर्न करते हाँ फॉसल फ्यूल्स नूं। सो ये गैसेस एयर दे नाल मिक्स होकर एयर नूं की करदियां हैं, पोल्यूट करदियां हैं। सो दैट इज़ वाई आपां की नाम दे रहे हैं दैट दे आर कॉजिंग एयर पोल्यूशन। और आपां नूं पता ही है कि एयर पोल्यूशन दे की है बहुत सारे फर्दर डिसएडवांटेजेस हैं कि अगर आपां पोल्यूटेड एयर नूं इनहेल करांगे उहदे नाल आपां नूं की है काफ़ी सारियां हार्ट प्रॉब्लम्स, ब्रीदिंग प्रॉब्लम्स, काफ़ी सारियां प्रॉब्लम्स हो सकदियां हैं। सो फर्स्ट मेन डिसएडवांटेज की है दैट इज़ द एयर पोल्यूशन। सो एयर पोल्यूशन दे अंडर दैट कि काफ़ी सारियां गैसेस हार्मफुल गैसेस रिलीज़ होंदियां हैं जदों आपां बर्न करते हैं फॉसल फ्यूल्स नूं, और वो गैसेस किहड़ियां हैं ऑक्साइड्स ऑफ नाइट्रोजन, कार्बन एंड सल्फर। सैकेंड पॉइंट भी पोल्यूशन का ही है बट पोल्यूशन किहड़ी है हुण दैट इज़ द वाटर एंड सॉइल पोल्यूशन। सो वाटर एंड सॉइल पोल्यूशन। सो हुण फॉसल फ्यूल्स तो वाटर पोल्यूशन और सॉइल पोल्यूशन किस तरह हो रहा है, जिवें कि आपां ऊपर ही दस्सिया कि एयर पोल्यूशन दे विच की है अपने सराउंडिंग्स दे विच गैसेस इमिट हो रही हैं ऑक्साइड्स ऑफ नाइट्रोजन, ऑक्साइड्स ऑफ कार्बन एंड ऑक्साइड्स ऑफ सल्फर। सो वो गैसेस की हैं सराउंडिंग्स दे विच एयर दे विच की हैं प्रेजेंट हैं। हुण जदों बारिश हो रही है सो जदों कोई बारिश का मौसम है, बारिश के नाल जिहड़ियां रेन ड्रॉप्स नीचे आ रही हैं वो ड्रॉप्स के नाल की है जो गैसेस सराउंडिंग्स दे विच प्रेजेंट हैं। सो ये वालियां गैसेस वो की हो जांदियां हैं बारिश के पानी के नाल रेन ड्रॉप्स के नाल मिक्स हो जांदियां हैं। सो मिक्स करके जो पानी है वो जब नीचे गिरता है उस पानी नूं या उस रेन नूं आपां की नाम दिता होया दैट इज़ कॉल्ड एसिड रेन। सो जदों मिक्सिंग होंदी है ऑफ द गैसेस विद द रेन ड्रॉप्स दैन दैट फॉर्म्स द एसिडिक टाइप ऑफ बिहेवियर। जो उसका बिहेवियर होंदा है एसिडिक होंदा है। फिर दैट रेन जदों नीचे गिरती है उन्होंने आपां बोलते हैं दैट इज़ कॉल्ड एसिड रेन। हुण वो रेन जब नीचे गिरी है जदों वो वाटर बॉडीज़ दे विच लाइक रिवर्स दे विच पॉन्ड्स दे विच जाके मिलेगी दैन उत्थे की होएगा इट विल कॉज वाटर पोल्यूशन। मीनस जिहड़ा उत्थे वाटर प्रेजेंट है उन्होंने भी की है वो
ਪੋਲਿਊਟ ਕਰੇਗਾ। ਸੋ ਵਾਟਰ ਪੋਲਿਊਟ ਹੋ ਰਿਹਾ ਹੈ, ਸੋ ਸਾਈਡ ਬਾਈ ਸਾਈਡ ਕੀ ਹੋਏਗਾ, ਵਾਟਰ ਦੇ ਵਿੱਚ ਰਹਿਣ ਵਾਲੀ ਜਿਹੜੀ ਹੁਣ ਪੋਪੂਲੇਸ਼ਨ ਹੈ ਫਿਸ਼ ਜਾਂ ਫਿਰ ਹੋਰ ਕਾਫੀ ਸਾਰੇ ਜਿੰਨੇ ਵੀ ਸਪੀਸ਼ੀਜ਼ ਪ੍ਰੈਜ਼ੈਂਟ ਹੁੰਦੇ ਹਨ ਵਾਟਰ ਦੇ ਵਿੱਚ, ਉਹ ਵੀ ਨਾਲ ਦੀ ਨਾਲ ਕੀ ਹੈ ਇਫੈਕਟ ਹੋਣਗੇ। ਸੋ ਉਹਨਾਂ ਦੀ ਪੋਪੂਲੇਸ਼ਨ ਵੀ ਇਫੈਕਟ ਹੋਏਗੀ। ਸੋਇਲ ਪੋਲਿਊਸ਼ਨ, ਹੁਣ ਜੋ ਐਸਿਡ ਰੇਨ ਹੈ ਜਾ ਕੇ ਧਰਤੀ ਦੇ ਉੱਪਰ ਗਿਰ ਰਹੀ ਹੈ, ਸੋ ਜੋ ਸੋਇਲ ਹੈ ਮਿੱਟੀ ਪ੍ਰੈਜ਼ੈਂਟ ਹੈ ਉਹਦੇ ਉੱਪਰ ਵੀ ਕੀ ਹੈ ਉਹਦਾ ਬਹੁਤ ਐਡਵਰਸ ਜਾਂ ਬਹੁਤ ਹੀ ਹਾਰਮਫੁਲ ਇਫੈਕਟ ਹੋ ਰਿਹਾ ਹੈ ਸੋਇਲ ਦੇ ਉੱਪਰ। ਇਹਦੇ ਨਾਲ ਕੀ ਹੈ ਜਿਹੜੀ ਸੋਇਲ ਦੀ ਪ੍ਰੋਡਕਟਿਵਿਟੀ ਹੈ ਉਹਦੇ ਉੱਪਰ ਕਾਫੀ ਅਸਰ ਹੁੰਦਾ ਹੈ। ਸੋ ਜਿਵੇਂ ਆਪਾਂ ਉਹਦੇ ਵਿੱਚ ਕ੍ਰੌਪਸ ਗਰੋ ਕਰ ਰਹੇ ਹਾਂ, ਸੋ ਅੱਗੇ ਨਾਲੋਂ ਜਿਹੜੀ ਉਹਦੀ ਪ੍ਰੋਡਕਟਿਵਿਟੀ ਹੋਏਗੀ ਇਨ ਕੇਸ ਕਿ ਅਗਰ ਉਹਦੇ ਉੱਪਰ ਐਸਿਡ ਰੇਨ ਕੰਟੀਨਿਊਸਲੀ ਆ ਰਹੀ ਹੈ ਪੈ ਰਹੀ ਹੈ ਦੈਨ ਉਹਦੀ ਪ੍ਰੋਡਕਟਿਵਿਟੀ ਕੀ ਹੋ ਜਾਏਗੀ, ਘੱਟ ਹੋ ਜਾਏਗੀ। ਦੈਨ ਜਿਹੜੀਆਂ ਕ੍ਰੌਪਸ ਉਹਦੇ ਉੱਪਰ ਆਪਾਂ ਪ੍ਰੋਡਿਊਸ ਕਰਵਾਵਾਂਗੇ ਦੈਨ ਆਪਾਂ ਨੂੰ ਉੱਥੋਂ ਕੀ ਹਨ ਘੱਟ ਕੁਆਂਟੀਟੀ ਦੇ ਵਿੱਚ ਕ੍ਰੌਪਸ ਮਿਲਣਗੀਆਂ। ਸੋ ਇਹ ਪੁਆਇੰਟ ਕੀ ਹੈ ਉੱਪਰ ਦੇ ਨਾਲ ਹੀ ਥੋੜ੍ਹਾ ਰਿਲੇਟਡ ਹੈ ਕਿ ਵਾਟਰ ਐਂਡ ਸੋਇਲ ਪੋਲਿਊਸ਼ਨ ਐਕਚੁਅਲਸ ਕਿੱਦਾਂ ਹੋ ਰਿਹਾ ਹੈ। ਸੋ ਬੇਸਿਕ ਰੀਜ਼ਨ ਕੀ ਹੈ ਇਸ ਦੇ ਵਿੱਚ ਦੈਟ ਦ ਹਾਰਮਫੁਲ ਗੈਸਿਸ ਜਿਹੜੀਆਂ ਨਿਕਲ ਰਹੀਆਂ ਹਨ ਫਰੋਮ ਦ ਬਰਨਿੰਗ ਆਫ ਫੋਸਿਲ ਫਿਊਲਸ। ਔਰ ਗੈਸਿਸ ਦਾ ਨਾਮ ਆਪਾਂ ਨੂੰ ਯਾਦ ਰੱਖਣਾ ਪਏਗਾ ਦੈਟ ਆਕਸਾਈਡਸ ਆਫ ਨਾਈਟ੍ਰੋਜਨ, ਕਾਰਬਨ ਐਂਡ ਸਲਫਰ। ਇਹ ਗੈਸਿਸ ਕੀ ਹਨ ਉਹੀ ਕੀ ਹਨ ਏਅਰ ਪੋਲਿਊਸ਼ਨ ਕਰ ਰਹੀਆਂ ਹਨ ਔਰ ਉਹੀ ਗੈਸਿਸ ਕੀ ਹੈ ਜੋ ਰੇਨ ਦੇ ਵਾਟਰ ਦੇ ਨਾਲ ਮਿਕਸ ਕਰਕੇ ਉਹਦਾ ਜਿਹੜਾ ਬਿਹੇਵੀਅਰ ਹੈ ਉਹਨੂੰ ਚੇਂਜ ਕਰਕੇ ਜਦ ਨੀਚੇ ਆਉਂਦੀ ਹੈ ਉਹ ਰੇਨ ਐਸਿਡ ਰੇਨ ਦੀ ਫਾਰਮ ਦੇ ਵਿੱਚ, ਉਹੀ ਐਸਿਡ ਰੇਨ ਕਿਹਦੇ ਲਈ ਰਿਸਪੌਂਸਿਬਲ ਹੈ ਫॉर ਵਾਟਰ ਐਂਡ ਸੋਇਲ ਪੋਲਿਊਸ਼ਨ। ਸੋ ਇਹ ਕੁਝ ਡਿਸਐਡਵਾਂਟੇजेस ਹਨ ਅਬਾਊਟ ਦ ਫੋਸਿਲ ਫਿਊਲਸ। ਸੋ ਫੋਸਿਲ ਫਿਊਲਸ ਦੇ ਫਾਇਦੇ ਵੀ ਹਨ, ਫਾਇਦੇ ਹੋਣ ਦੇ ਨਾਲ ਨਾਲ ਉਹਦੇ ਕੀ ਹਨ ਕੁਝ ਡਿਸਐਡਵਾਂਟੇजेस ਵੀ ਹਨ। ਸੋ ਡਿਸਐਡਵਾਂਟੇजेस ਦੇ ਵਿੱਚ ਬੇਸਿਕਲੀ ਪੋਲਿਊਸ਼ਨ ਹੈ। ਸੋ ਡਿਸਐਡਵਾਂਟੇजेस ਨੂੰ ਘਟਾਉਣ ਦੇ ਲਈ ਆਪਾਂ ਕੀ ਕਰ ਸਕਦੇ ਹਾਂ ਕਿ ਜਿਹੜੀ ਕੰਬਸ਼ਨ ਦੀ ਐਫੀਸ਼ੀਐਂਸੀ ਹੈ, ਕੰਬਸ਼ਨ ਮੀਨਸ ਜਦੋਂ ਆਪਾਂ ਬਰਨ ਕਰ ਰਹੇ ਹਾਂ ਫਿਊਲ ਨੂੰ ਇਨ ਦ ਪ੍ਰੈਜ਼ੈਂਸ ਆਫ ਆਕਸੀਜਨ ਦੈਟ ਇਜ਼ ਕਾਲਡ ਕੰਬਸ਼ਨ, ਤੁਹਾਨੂੰ ਪਤਾ ਹੀ ਹੋਏਗਾ। ਸੋ ਕੰਬਸ਼ਨ ਦੀ ਜਿਹੜੀ ਐਫੀਸ਼ੀਐਂਸੀ ਹੈ ਕੁਝ ਇੱਦਾਂ ਦੀ ਆਪਾਂ ਨੂੰ ਟੈਕਨੀਕਸ ਐਡਵਾਂਸਡ ਟੈਕਨੀਕਸ ਐਮਪਲੋਏ ਕਰਨੀਆਂ ਚਾਹੀਦੀਆਂ ਹਨ, ਯੂਜ਼ ਕਰਨੀਆਂ ਚਾਹੀਦੀਆਂ ਹਨ ਕਿ ਜਿਹੜੀ ਉਹਦੀ ਐਫੀਸ਼ੀਐਂਸੀ ਹੈ ਉਹ ਵੱਧ ਸਕੇ। ਹੁਣ ਐਫੀਸ਼ੀਐਂਸੀ ਵਧਣ ਦਾ ਕੀ ਮਤਲਬ ਹੈ ਕਿ ਆਪਾਂ ਨੂੰ ਉਹਦੇ ਤੋਂ ਹੀਟ ਜ਼ਿਆਦਾ ਤੋਂ ਜ਼ਿਆਦਾ ਮਿਲੇ ਬਟ ਉਹਦੇ ਨਾਲ ਜਿਹੜੀ ਪੋਲਿਊਸ਼ਨ ਹੈ ਜਿਹੜੀ ਹਾਰਮਫੁਲ ਗੈਸਿਸ ਐਸਕੇਪ ਹੋ ਰਹੀਆਂ ਹਨ ਇਨਟੂ ਦ ਸਰਾਊਂਡਿੰਗਸ ਉਹ ਚੀਜ਼ ਘੱਟ ਸਕੇ। ਸੋ ਆਪਾਂ ਕੀ ਕਰ ਸਕਦੇ ਹਾਂ ਟੂ eradicate ਜਾਂ ਟੂ ਸਟੋਪ ਥੀਸ ਡਿਸਐਡਵਾਂਟੇजेस ਆਪਾਂ ਨੂੰ ਜਿਹੜੀ ਐਫੀਸ਼ੀਐਂਸੀ ਆਫ ਕੰਬਸ਼ਨ ਹੈ ਉਹਨੂੰ ਕੀ ਹੈ ਵਧਾਉਣਾ ਪਏਗਾ ਬਾਈ ਯੂਜ਼ਿੰਗ ਦ ਡਿਫਰੈਂਟ ਐਡਵਾਂਸਡ ਟੈਕਨੀਕਸ। ਸੋ ਇਹ ਸੀ ਆਪਣੀ ਦ ਫੋਸਿਲ ਫਿਊਲਸ ਦੈਟ ਸਮ ਇੰਪੋਰਟੈਂਟ ਪੁਆਇੰਟਸ। ਦੈਨ ਦ ਡਿਸਐਡਵਾਂਟੇजेस ਆਫ ਫੋਸਿਲ ਫਿਊਲਸ। ਸੋ ਇਹ ਉਹਦੇ ਅੰਦਰ ਆ ਰਿਹਾ ਹੈ ਅਬਾਊਟ ਦ ਕਨਵੈਨਸ਼ਨਲ ਸੋਰਸਿਸ ਆਫ ਐਨਰਜੀ। ਦੈਨ ਆਪਾਂ ਹੁਣ ਇਸ ਤੋਂ ਬਾਅਦ ਅਗਲੀ ਗੱਲ ਕਰੀਏ। ਸੋ ਹੁਣ ਨੈਕਸਟ ਕਨਵੈਨਸ਼ਨਲ ਸੋਰਸ ਆਫ ਐਨਰਜੀ ਆਪਾਂ ਪੜ੍ਹਾਂਗੇ। ਉਹਦੇ ਅੰਡਰ ਹੁਣ ਆਪਾਂ ਪੜ੍ਹਨ ਜਾ ਰਹੇ ਹਾਂ ਅਬਾਊਟ ਦ ਥਰਮਲ ਪਾਵਰ ਪਲਾਂਟ। थर्मल पावर प्लांट। ना हुण थर्मल पावर प्लांट ਦੇ ਵਿੱਚ ਕੀ ਹੁੰਦਾ ਹੈ, ਹੁਣ ਜੋ ਆਪਾਂ ਫੋਸਿਲ ਫਿਊਲਸ ਹੁਣੇ ਪੜ੍ਹ ਕੇ ਹਟੇ ਹਾਂ। ਸੋ ਅ ਨੰਬਰ ਆਫ ਅ ਗ੍ਰੇਟ ਕੁਆਂਟਿਟੀ ਆਫ ਫੋਸਿਲ ਫਿਊਲਸ ਕੀ ਹਨ ਉਹਨਾਂ ਨੂੰ ਆਪਾਂ ਬਰਨ ਕਰਦੇ ਹਾਂ। ਸੋ ਬਰਨ ਕਰਨ ਦੇ ਨਾਲ ਕੀ ਹੁੰਦਾ ਹੈ ਜੋ ਪਾਵਰ ਸਟੇਸ਼ਨਸ ਹਨ ਜਿੱਥੋਂ ਆਪਾਂ ਨੂੰ ਕੀ ਹੈ ਇਲੈਕਟ੍ਰਿਸਿਟੀ ਚਾਹੀਦੀ ਹੈ। ਸੋ ਪਾਵਰ ਸਟੇਸ਼ਨਸ ਦੇ ਵਿੱਚ ਕੀ ਹੈ ਵੈਰੀ ਹਾਈ ਕੁਆਂਟਿਟੀ ਦੇ ਵਿੱਚ ਕੀ ਹਨ ਰੋਜ਼ ਦੀ ਰੋਜ਼ ਕੀ ਹਨ ਫੋਸਿਲ ਫਿਊਲਸ ਬਰਨ ਹੁੰਦੇ ਹਨ। ਸੋ ਫੋਸਿਲ ਫਿਊਲਸ ਬਰਨ ਹੋਣ ਦੇ ਨਾਲ ਕੀ ਕੀਤਾ ਜਾਂਦਾ ਹੈ ਕਿ ਜੋ ਵਾਟਰ ਹੈ ਉਹਨੂੰ ਹੀਟ ਅਪ ਕੀਤਾ ਜਾਂਦਾ ਹੈ। ਆਪਾਂ ਨੂੰ ਪਤਾ ਹੀ ਹੈ ਕਿ ਫੋਸਿਲ ਫਿਊਲਸ ਨੂੰ ਬਰਨ ਕਰਨ ਦੇ ਨਾਲ ਆਪਾਂ ਨੂੰ ਹੀਟ એનર્ਜੀ ਮਿਲੇਗੀ। ਉਸ ਹੀਟ એનર્ਜੀ ਨੂੰ ਯੂਜ਼ ਕੀਤਾ ਜਾਂਦਾ ਹੈ ਟੂ ਹੀਟ ਅਪ ਦਾ ਵਾਟਰ। ਸੋ ਵਾਟਰ ਦਾ ਟੈਂਪਰੇਚਰ ਰਾਈਜ਼ ਕਰਕੇ ਉਹਨੂੰ ਕੀ ਹੈ ਹੀਟ ਦੀ ਫਾਰਮ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ ਐਂਡ ਦੈਟ ਹੀਟ ਉਸ ਨੂੰ ਆਪਾਂ ਸਟੀਮ ਦੀ ਫਾਰਮ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ ਐਂਡ ਦੈਟ ਸਟੀਮ ਉਹਨੂੰ ਆਪਾਂ ਯੂਜ਼ ਕਰਦੇ ਹਾਂ ਟੂ ਮੂਵ ਦ ਟਰਬਾਈਨ। ਸੋ ਕੀ ਬੋਲਿਆ ਮੈਂ ਇਹਦੇ ਵਿੱਚ ਦੈਟ ਇਨ ਦ ਪਾਵਰ ਸਟੇਸ਼ਨਸ ਆਪਾਂ ਫੋਸਿਲ ਫਿਊਲਸ ਨੂੰ ਯੂਜ਼ ਕਰਕੇ ਫੋਸਿਲ ਫਿਊਲਸ ਨੂੰ ਆਪਾਂ ਕੀ ਕਰਵਾ ਰਹੇ ਹਾਂ ਬਰਨ। ਸੋ ਬਰਨ ਕਰਨ ਤੋਂ ਬਾਅਦ ਕੀ ਹੋਏਗਾ ਹੀਟ એનર્ਜੀ। ਸੋ ਉਸ ਹੀਟ એનર્ਜੀ ਨੂੰ ਆਪਾਂ ਯੂਜ਼ ਕਰ ਰਹੇ ਹਾਂ ਟੂ ਹੀਟ ਦਾ ਵਾਟਰ, ਹੀਟ ਅਪ ਵਾਟਰ। ਦੈਨ ਉਸ ਵਾਟਰ ਤੋਂ ਆਪਾਂ ਨੂੰ ਕੀ ਮਿਲ ਰਹੀ ਹੈ ਸਟੀਮ। ਸੋ ਵਾਟਰ ਦੀ ਕਨਵਰਜਨ ਹੋ ਰਹੀ ਹੈ ਇਨਟੂ ਦ ਸਟੀਮ ਔਰ ਉਸ ਸਟੀਮ ਨੂੰ ਯੂਜ਼ ਕਰਕੇ ਆਪਾਂ ਕੀ ਕਰਵਾ ਰਹੇ ਹਾਂ ਆਪਾਂ ਇੱਕ ਟਰਬਾਈਨ ਨੂੰ ਰਨ ਕਰਵਾ ਰਹੇ ਹਾਂ। ਸੋ ਟੂ ਰਨ ਅ ਟਰਬਾਈਨ। ਸੋ ਇਹ ਕੀ ਹੈ ਇੱਕ ਬੇਸਿਕ ਜਿਹਾ ਆਊਟਲਾਈਨ ਦਿੱਤਾ ਹੈ ਕਿ ਪਾਵਰ ਸਟੇਸ਼ਨਸ ਦੇ ਵਿੱਚ ਪਾਵਰ ਪਲਾਂਟਸ ਦੇ ਵਿੱਚ ਕੀ ਹੁੰਦਾ ਹੈ ਟੂ ਰਨ ਅ ਟਰਬਾਈਨ। ਹੁਣ ਨਾਓ ਟਰਬਾਈਨ ਕੀ ਚੀਜ਼ ਹੈ। ਸੋ ਟਰਬਾਈਨ ਬੇਸਿਕਲੀ ਕੀ ਹੈ ਇਹਦੇ ਵਿੱਚ ਇੱਕ ਮੂਵਿੰਗ ਪਾਰਟ ਹੁੰਦਾ ਹੈ ਜਿਹਨੂੰ ਆਪਾਂ ਟਰਬਾਈਨ ਇਟ ਕੰਸਿਸਟਸ ਆਫ ਅ ਮੂਵਿੰਗ ਪਾਰਟ that is rotor blade. So turbine ਦੇ ਵਿੱਚ ਇੱਕ moving part ਹੈ that is a rotor blade system। ਸਟੀਮ ਨੂੰ ਯੂਜ਼ ਕਰਕੇ ਆਪਾਂ ਕੀ ਹੈ ਟਰਬਾਈਨ ਨੂੰ ਰਨ ਕਰਾਉਂਦੇ ਹਾਂ। ਹੁਣ ਜਿਹੜੇ ਸਟੀਮ ਦੇ ਨਾਲ ਕੀ ਹੈ ਜਿਹੜੀ ਉਹਦੀਆਂ ਬਲੇਡਸ ਹਨ, ਬਲੇਡਸ ਕੀ ਹਨ ਮੂਵ ਕਰਦੀਆਂ ਹਨ
ਬਲੇਡਸ ਦੀ ਮੂਵਮੈਂਟ ਦੇ ਨਾਲ ਹੀ ਕੀ ਹੈ ਜੋ ਰੋਟਰ ਹੈ ਉਹਨੂੰ એનર્ਜੀ ਸਪਲਾਈ ਹੁੰਦੀ ਹੈ। ਹੁਣ ਫਰਦਰ ਜਿਹੜਾ ਰੋਟਰ ਹੈ ਅੱਗੇ ਕੀ ਹੈ ਡਾਇਨਾਮੋ ਦੇ ਨਾਲ ਜਾਂ ਜਨਰੇਟਰ ਦੇ ਨਾਲ ਅਟੈਚ ਹੁੰਦਾ ਹੈ। ਸੋ ਜਿਹੜੀ ਸ਼ਾਫਟ ਹੋਏਗੀ ਜਨਰੇਟਰ ਦੀ ਉਹਦੇ ਨਾਲ ਕੀ ਹੈ ਉਹਦੀ ਮੂਵਮੈਂਟ ਹੋਏਗੀ। ਫਰਦਰ ਜੋ ਜਨਰੇਟਰ ਦਾ ਐਕਸ਼ਨ ਹੈ ਜੋ ਉਹਦੀ ਵਰਕਿੰਗ ਹੈ ਉਹ ਆਪਾਂ ਕੀ ਹੈ ਪਿਛਲੇ ਚੈਪਟਰ ਦੇ ਵਿੱਚ ਪੜ੍ਹੀ ਹੋਈ ਹੈ। ਸੋ ਉਹਦੇ ਨਾਲ ਕੀ ਹੈ ਫਰਦਰ ਇਲੈਕਟ੍ਰਿਸਿਟੀ ਜਨਰੇਟ ਹੁੰਦੀ ਹੈ। ਸੋ ਇੱਕ ਬੇਸਿਕ ਜੀ ਆਊਟਲਾਈਨ ਦਿੱਤੀ ਹੈ ਮੈਂ ਕਿ ਥਰਮਲ ਪਾਵਰ ਪਲਾਂਟਸ ਦੇ ਵਿੱਚ ਆਪਾਂ ਕੀ ਹੈ ਲਾਰਜ ਕੁਆਂਟੀਟੀ ਆਫ ਫੋਸਿਲ ਫਿਊਲਸ ਨੂੰ ਬਰਨ ਕਰਦੇ ਹਾਂ। ਫੋਸਿਲ ਫਿਊਲਸ ਨੂੰ ਬਰਨ ਕਰਨ ਦੇ ਨਾਲ ਆਪਾਂ ਨੂੰ ਕੀ ਮਿਲ ਰਹੀ ਹੈ ਹੀਟ એનર્ਜੀ। ਉਸ ਹੀਟ એનર્ਜੀ ਨੂੰ ਆਪਾਂ ਯੂਜ਼ ਕਰਦੇ ਹਾਂ ਟੂ ਹੀਟ ਅਪ ਦਾ ਵਾਟਰ ਤੋਂ ਵੀ ਆਰ ਗੈਟਿੰਗ ਦਾ ਸਟੀਮ ਔਰ ਸਟੀਮ ਤੋਂ ਆਪਾਂ ਕੀ ਹੈ ਟਰਬਾਈਨ ਨੂੰ ਰਨ ਕਰਵਾ ਰਹੇ ਹਾਂ। ਔਰ ਟਰਬਾਈਨ ਹੈ ਕੀ ਹੈ ਐਕਚੁਅਲ ਦੇ ਵਿੱਚ ਇਟ ਕੰਸਿਸਟ ਆਫ ਅ ਮੂਵਿੰਗ ਪਾਰਟ। ਕਿਹੜਾ ਮੂਵਿੰਗ ਪਾਰਟ ਹੈ ਉਹਨੂੰ ਆਪਾਂ ਰੋਟਰ ਬਲੇਡ ਸਿਸਟਮ ਬੋਲਦੇ ਹਾਂ ਜਿਹਦੇ ਵਿੱਚ ਸਟੀਮ ਨੂੰ ਯੂਜ਼ ਕਰਕੇ ਆਪਾਂ ਕੀ ਹੈ ਉਹਦੇ ਬਲੇਡਸ ਨੂੰ ਮੂਵ ਕਰਵਾਉਂਦੇ ਹਾਂ। ਬਲੇਡਸ ਦੀ ਮੂਵਮੈਂਟ ਤੋਂ ਕੀ ਹੈ ਜਿਹੜਾ ਰੋਟਰ ਹੈ ਉਹਨੂੰ એનર્ਜੀ ਮਿਲ ਰਹੀ ਹੈ ਔਰ ਜਿਹੜਾ ਰੋਟਰ ਹੈ ਅੱਗੇ ਕੀ ਹੈ ਜਨਰੇਟਰ ਦੇ ਨਾਲ ਅਟੈਚ ਹੁੰਦਾ ਹੈ ਸੋ ਦੈਟ ਜਨਰੇਟਰ ਦੀ ਸ਼ਾਫਟ ਮੂਵ ਕਰੇ ਔਰ ਅੱਗੇ ਜਿਹੜੀ ਮਕੈਨੀਕਲ એનર્ਜੀ ਹੈ ਉਹ ਕਨਵਰਟ ਹੁੰਦੀ ਰਹੇ ਇਨਟੂ ਦਾ ਇਲੈਕਟ੍ਰਿਸਿਟੀ ਜਾਂ ਫਿਰ ਇਨਟੂ ਦਾ ਇਲੈਕਟ੍ਰੀਕਲ એનર્ਜੀ। ਸੋ ਇਹ ਬੇਸਿਕ ਜੀ ਇਹਦੀ ਫੰਕਸ਼ਨਿੰਗ ਹੈ। ਪਲੱਸ ਜਿਹੜੇ ਥਰਮਲ ਪਾਵਰ ਪਲਾਂਟਸ ਹਨ ਆਪਾਂ ਇਹਨਾਂ ਨੂੰ ਪ੍ਰੈਫਰ ਕਰਦੇ ਹਾਂ ਕਿ ਇਹੋ ਜਿਹੀਆਂ ਜਗ੍ਹਾ 'ਤੇ ਹੀ ਇਹਨਾਂ ਨੂੰ ਲਗਾਇਆ ਜਾਵੇ ਜਿੱਥੇ ਆਪਣੇ ਕੋਲ ਆਇਲ ਫੀਲਡਸ ਹੋਣ, ਜਿੱਥੇ ਆਇਲ ਈਜ਼ੀਲੀ ਅਵੇਲੇਬਲ ਹੋਵੇ ਜਾਂ ਫਿਰ ਜਿੱਥੇ ਕੋਲ ਈਜ਼ੀਲੀ ਅਵੇਲੇਬਲ ਹੋਵੇ। ਮੀਨਸ ਜਿੱਥੇ ਫੋਸਿਲ ਫਿਊਲਸ ਆਸ-ਪਾਸ ਨਜ਼ਦੀਕ ਆਪਾਂ ਨੂੰ ਅਵੇਲੇਬਲ ਹਨ ਉੱਥੇ ਹੀ ਆਪਾਂ ਕੀ ਹੈ ਥਰਮਲ ਪਾਵਰ ਪਲਾਂਟਸ ਨੂੰ ਯੂਜ਼ ਕਰਦੇ ਹਾਂ। ਪਲੱਸ ਲਾਸਟ ਗੱਲ ਕੀ ਹੈ ਕਿ ਥਰਮਲ ਪਾਵਰ ਪਲਾਂਟ ਇਸ ਦਾ ਨਾਮ ਕਿਉਂ ਦਿੱਤਾ ਹੈ ਇਨ ਦੈਟ ਕੇਸ ਆਪਾਂ ਫਿਊਲਸ ਨੂੰ ਕੀ ਹੈ ਬਰਨ ਕਰ ਰਹੇ ਹਾਂ ਉੱਥੋਂ ਆਪਾਂ ਨੂੰ ਕੀ ਮਿਲ ਰਹੀ ਹੈ ਹੀਟ એનર્ਜੀ। ਸੋ ਜਿਹੜੀ ਹੀਟ એનર્ਜੀ ਮਿਲ ਰਹੀ ਹੈ ਉਸੇ ਕਰਕੇ ਆਪਾਂ ਇਹਨੂੰ ਕੀ ਹੈ ਥਰਮਲ ਦਾ ਨਾਮ ਦਿੱਤਾ ਹੈ ਔਰ ਉਸ ਹੀਟ એનર્ਜੀ ਨੂੰ ਆਪਾਂ ਫਰਦਰ ਕਿਹਦੇ 'ਚ ਕਨਵਰਟ ਕਰ ਰਹੇ ਹਾਂ ਲਾਸਟਲੀ ਇਨਟੂ ਦਾ ਇਲੈਕਟ੍ਰੀਕਲ એનર્ਜੀ ਜਿਹੜੀ ਕਿ ਆਪਾਂ ਨੂੰ ਜਨਰੇਟਰਸ ਦੇ ਥਰੂ ਮਿਲ ਰਹੀ ਹੈ। ਸੋ ਇਹ ਹੈ ਆਪਣੀ ਬੇਸਿਕ ਜੀ ਫੰਕਸ਼ਨਿੰਗ ਬੇਸਿਕ ਆਊਟਲਾਈਨ ਮੈਂ ਇੱਥੇ ਦਿੱਤੀ ਹੈ ਅਬਾਊਟ ਅ ਥਰਮਲ ਪਾਵਰ ਪਲਾਂਟ ਔਰ ਇਹ ਕੀ ਹੈ ਇੱਕ ਆਲਸੋ ਅ ਕਨਵੈਨਸ਼ਨਲ ਸੋਰਸ ਆਫ એનર્ਜੀ। ਸੋ ਇਹ ਸੀ ਥਰਮਲ ਪਾਵਰ ਪਲਾਂਟ। ਹੁਣ ਆਪਾਂ ਦੇਖੀਏ ਇਹਦੇ ਕੁਝ ਐਡਵਾਂਟੇਜਸ ਜਾਂ ਡਿਸਐਡਵਾਂਟੇਜਸ ਕੀ ਹੋ ਸਕਦੇ ਹਨ ਆਫ ਅ ਥਰਮਲ ਪਾਵਰ ਪਲਾਂਟ। ਸੋ ਪਹਿਲਾਂ ਆਪਾਂ ਗੱਲ ਕਰੀਏ ਐਡਵਾਂਟੇਜਸ ਕੀ ਹਨ ਥਰਮਲ ਪਾਵਰ ਪਲਾਂਟ ਦੀਆਂ। ਐਡਵਾਂਟੇਜਸ ਸੋ ਫਰਸਟ ਇਜ਼ ਕਿ ਇਹਨੂੰ ਇੰਸਟਾਲ ਕਰਨ ਦੇ ਲਈ ਜਿਹੜੀ ਕਾਸਟ ਹੁੰਦੀ ਹੈ ਆਪਣੀ ਮੀਨਸ ਜਦੋਂ ਆਪਾਂ ਸੈਟਅਪ ਕਰਨਾ ਹੈ ਉਦੋਂ ਜਿਹੜਾ ਇਹਦਾ ਖਰਚਾ ਹੁੰਦਾ ਹੈ ਐਜ਼ ਕੰਪੇਅਰ ਟੂ ਦਾ ਅਦਰ ਪਾਵਰ ਪਲਾਂਟਸ ਮੀਨਸ ਅਦਰ ਜਿਹੜੇ ਹਾਈਡਰੋ ਪਾਵਰ ਪਲਾਂਟਸ ਹੁੰਦੇ ਹਨ ਉਹਨਾਂ ਦੇ ਵਿੱਚ ਕੀ ਹੈ ਜਿਹੜੀ ਕਾਸਟ ਹੁੰਦੀ ਹੈ ਇੰਸਟਾਲੇਸ਼ਨ ਕਾਸਟ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਸੋ ਇਸ ਕੇਸ ਦੇ ਵਿੱਚ ਜਿਹੜੀ ਇਨੀਸ਼ੀਅਲ ਕਾਸਟ ਹੈ ਦੈਟ ਇਜ਼ ਲੈਸ। ਇਨੀਸ਼ੀਅਲ ਕਾਸਟ ਇਜ਼ ਲੋ ਉਹ ਇਹ ਕੀ ਹੈ ਇਹਦਾ ਇੱਕ ਐਡਵਾਂਟੇਜ ਹੈ। ਸੈਕਿੰਡ ਇਜ਼ ਕੋਲ ਇਜ਼ ਯੂਜ਼ਡ as fuel। so thermal power plants ਦੇ ਵਿੱਚ ਜਿਹੜਾ ਫਿਊਲ ਯੂਜ਼ ਕੀਤਾ ਜਾਂਦਾ ਹੈ ਉਹ ਕੀ ਹੈ ਕੋਲ ਹੈ ਔਰ ਕੋਲ ਕੀ ਹੈ ਬਾਕੀ ਦੇ ਸੋਰਸਿਸ ਆਫ એનર્ਜੀ ਦੇ ਨਾਲੋਂ ਕਾਫੀ ਹੱਦ ਤੱਕ ਕੀ ਹੈ ਚੀਪ ਹੈ ਸਸਤਾ ਹੈ। ਸੋ ਇਹ ਵੀ ਕੀ ਹੈ ਇੱਕ ਇਹਦਾ ਸੈਕਿੰਡ ਐਡਵਾਂਟੇਜ ਹੈ। ਔਰ ਥਰਡ ਐਡਵਾਂਟੇਜ ਕੀ ਹੈ ਕਿ ਜਿਹੜਾ ਥਰਮਲ ਪਾਵਰ ਪਲਾਂਟ ਹੈ ਇਹਨੂੰ ਇੰਸਟਾਲ ਕਰਨ ਦੇ ਲਈ ਬਣਾਉਣ ਦੇ ਲਈ ਜਿਹੜੀ ਸਪੇਸ ਹੈ ਉਹ ਘੱਟ ਚਾਹੀਦੀ ਹੈ। ਸੋ ਦੇ ਰਿਕੁਆਇਰ ਲੈਸ ਸਪੇਸ less space than hydropower plants। ਸੋ ਹਾਈਡਰੋ ਪਾਵਰ ਪਲਾਂਟ ਜਿੱਥੇ ਕੀ ਹੈ ਆਪਾਂ ਵਾਟਰ ਦੀ એનર્ਜੀ ਨੂੰ ਯੂਜ਼ ਕਰਦੇ ਹਾਂ ਟੂ ਪ੍ਰੋਡਿਊਸ ਇਲੈਕਟ੍ਰਿਸਿਟੀ ਉਹਦੀ ਗੱਲਬਾਤ ਆਪਾਂ ਅਗਲੇ ਲੈਕਚਰਸ ਕਰਾਂਗੇ। ਸੋ ਇਹ ਕੀ ਹੈ ਦੇ ਰਿਕੁਆਇਰ ਲੈਸ ਸਪੇਸ ਦੈਨ ਹਾਈਡਰੋ ਪਾਵਰ ਪਲਾਂਟਸ ਦੈਟ ਇਜ਼ ਆਲਸੋ ਅ ਐਡਵਾਂਟੇਜ। ਹੁਣ ਡਿਸਐਡਵਾਂਟੇਜਸ ਕੀ ਹੋ ਸਕਦੀਆਂ ਹਨ। ਡਿਸਐਡਵਾਂਟੇਜਸ ਸੋ ਸਭ ਤੋਂ ਪਹਿਲਾ ਡਿਸਐਡਵਾਂਟੇਜ ਤਾਂ ਕੀ ਹੈ ਦੈਟ ਇਜ਼ ਪੋਲਿਊਸ਼ਨ। ਸੋ ਇਹਨਾਂ ਤੋਂ ਜਿਹੜਾ ਪੋਲਿਊਸ਼ਨ ਕ੍ਰੀਏਟ ਹੋ ਰਿਹਾ ਹੈ ਦੈਟ ਇਜ਼ ਵੈਰੀ ਹਾਰਮਫੁਲ ਐਜ਼ ਕੰਪੇਅਰ ਟੂ ਦਾ ਅਦਰ ਪਾਵਰ ਪਲਾਂਟਸ। ਬਾਕੀ ਪਾਵਰ ਪਲਾਂਟਸ ਤੋਂ ਵੀ ਓਬਵੀਅਸਲੀ ਪੋਲਿਊਸ਼ਨ ਤਾਂ ਹੋ ਹੀ ਰਿਹਾ ਹੈ ਬਟ ਇਹਦਾ ਵੀ ਇੱਕ ਡਿਸਐਡਵਾਂਟੇਜ ਕੀ ਹੈ ਦੈਟ ਇਜ਼ ਪੋਲਿਊਸ਼ਨ। ਐਂਡ ਸੈਕਿੰਡ ਇੱਕ ਹੋਰ ਡਿਸਐਡਵਾਂਟੇਜ ਦੀ ਗੱਲ ਕਰੀਏ ਦੈਟ ਇਜ਼ ਦਾ ਰਨਿੰਗ ਕੋਸਟ। ਹੁਣ ਇੱਕ ਹੈ ਇਨੀਸ਼ੀਅਲ ਕੋਸਟ ਮੀਨਸ ਜਦੋਂ ਆਪਾਂ ਸੈਟਅਪ ਕਰਨਾ ਹੈ, ਇੱਕ ਹੈ ਰਨਿੰਗ ਕੋਸਟ ਮੀਨਸ ਜਦੋਂ ਆਪਾਂ ਇਹ ਪਾਵਰ ਪਲਾਂਟ ਨੂੰ ਰਨ ਕਰ ਰਹੇ ਹਾਂ ਚਲਾ ਰਹੇ ਹਾਂ ਦੈਨ ਉਹ ਕੋਸਟ ਕੀ ਹੈ ਇਹਦੀ ਜ਼ਿਆਦਾ ਹੈ ਐਜ਼ ਕੰਪੇਅਰ ਟੂ ਦਾ ਰਨਿੰਗ ਕੋਸਟ ਆਫ ਅ ਹਾਈਡਰੋ ਪਾਵਰ ਪਲਾਂਟ। ਸੋ ਸੈਕਿੰਡ ਡਿਸਐਡਵਾਂਟੇਜ ਕੀ ਆਏਗੀ ਦ ਰਨਿੰਗ ਕੋਸਟ ਇਜ਼ very much large। so running cost is very much large और किधे comparatively बहुत ज़्यादा है as compared to the running cost of a hydro power plants। so ऐसे कुछ एदियाँ advantages और disadvantages। so ਇਹਦੇ ਨਾਲ ਹੀ ਆਪਣੀ ਜੋ ਥਰਮਲ ਪਾਵਰ ਪਲਾਂਟ ਵਾਲਾ ਟੌਪਿਕ ਹੈ ਸੋ ਇਹਦੀ ਗੱਲਬਾਤ ਇੱਥੇ ਖਤਮ ਹੋ ਰਹੀ ਹੈ। ਜੋ ਨੈਕਸਟ ਟੌਪਿਕ ਹੈ ਅਬਾਊਟ ਨੈਕਸਟ ਕਨਵੈਨਸ਼ਨਲ ਸੋਰਸ ਆਫ એનર્ਜੀ ਹਾਈਡਰੋ ਪਾਵਰ ਪਲਾਂਟ ਉਹਦੀ ਗੱਲ ਆਪਾਂ ਕਰਾਂਗੇ ਅਗਲੇ ਲੈਕਚਰ ਦੇ ਵਿੱਚ। ਅੱਜ ਦੇ ਲਈ ਬਸ ਇੰਨਾ ਹੀ। ਥੈਂਕ ਯੂ।